ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਜੀ। ਤੁਸੀਂ ਦੇਖ ਰਹੇ ਹੋ ਦੇਸ਼ ਤੋਂ ਵਿਦੇਸ਼। ਮੈਂ ਰਿੱਕੀ ਡੋਗਰਾ। ਇਸ ਸ਼ੋਅ ਦੇ ਵਿੱਚ ਹਰ ਰੋਜ਼ ਕੋਸ਼ਿਸ਼ ਕਰਦੀ ਹੈ ਤੁਹਾਨੂੰ ਨਵੇਂ ਕੰਸਲਟੈਂਟ ਜਿਹੜੇ ਹੁੰਦੇ ਨੇ, ਨਵੇਂ ਕੰਸਲਟੈਂਟ ਦਾ ਮਤਲਬ ਇਹ ਨਹੀਂ ਕਿ ਨਵੇਂ ਨੇ, ਨਹੀਂ, ਮਤਲਬ ਜਿਹੜੇ ਨਵੀਂ ਇਨਫੋਰਮੇਸ਼ਨ ਜਿਹੜੀ ਹੈ ਤੁਹਾਡੇ ਨਾਲ ਸ਼ੇਅਰ ਕਰੀਏ। ਕਿਉਂਕਿ ਇਸ ਪਲੇਟਫਾਰਮ ਦਾ ਮਤਲਬ ਹੀ ਇਹ ਹੈ ਕਿ ਤੁਸੀਂ ਜਦੋਂ ਬਾਹਰ ਜਾਣਾ ਹੁੰਦਾ ਤੁਹਾਡੇ ਕੋਲ ਆਪਸ਼ਨਾਂ ਤਾਂ ਬਹੁਤ ਸਾਰੀਆਂ ਹੁੰਦੀਆਂ ਨੇ, ਲੇਕਿਨ ਕੁਝ ਇੱਕ ਜਿਹੜੀਆਂ ਆਪਸ਼ਨਾਂ ਨੇ ਉਹ ਚੂਜ਼ ਜਿਹੜੀਆਂ ਸਹੀ ਕਰ ਪਾਉਂਦੇ ਨੇ। ਬਾਕੀ ਮੈਕਸਿਮਮ ਲੋਕੀ ਜਿਹੜੇ ਨੇ ਉਹ ਕਈ ਵਾਰੀ ਅਸੀਂ ਦੇਖਦੇ ਹਾਂ ਬਹੁਤ ਸਾਰੀ ਗਲਤੀਆਂ ਕਰ ਦਿੰਦੇ ਨੇ, ਚੂਜ਼ ਕਰਨ ਦੇ ਵਿੱਚ ਹੀ ਬਹੁਤ ਵੱਡੀ ਗਲਤੀ ਕਰ ਦਿੰਦੇ ਨੇ। ਬਾਅਦ 'ਚ ਕਹਿੰਦੇ ਜੀ ਸਾਡਾ ਜਿਹੜਾ ਪੈਸਾ ਹੈ ਉਹ ਗਲਤ ਜਗ੍ਹਾ ਫਸ ਗਿਆ, ਫਲਾਣਾ ਬੰਦਾ ਸਾਡਾ ਫੋਨ ਨਹੀਂ ਚੱਕਦਾ, ਕੰਸਲਟੈਂਟ ਸਾਨੂੰ ਜਿਹੜਾ ਰਿਪਲਾਈ ਨਹੀਂ ਕਰ ਰਿਹਾ, ਸਾਡੇ ਪੈਸੇ ਨਹੀਂ ਮੋੜ ਰਿਹਾ, ਸਾਡਾ GIC ਫਸ ਗਿਆ, ਸਾਡੇ ਫੰਡਸ ਫਸ ਗਏ। ਲੇਕਿਨ ਜਦੋਂ ਤੁਸੀਂ ਚੂਜ਼ ਕਰਨਾ ਹੁੰਦਾ ਨਾ ਤਾਂ ਉਹ ਕਹਿੰਦੇ ਦੇਖ ਕੇ ਚੂਜ਼ ਕਰਿਆ ਕਰੋ, ਉਹਦੀ ਬੈਕਗਰਾਉਂਡ ਦੇਖ ਲਿਆ ਕਰੋ, ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਉਹ ਦੇਖ ਲਿਆ ਕਰੋ, ਜਿਹੜੇ ਵੀਜ਼ੇ ਲੱਗੇ ਹੁੰਦੇ ਨੇ ਉਹ ਦੇਖ ਲਿਆ ਕਰੋ। ਔਰ ਸਭ ਤੋਂ ਵੱਡੀ ਗੱਲ, ਤੁਸੀਂ ਆਪਣੇ ਆਸ-ਪਾਸ ਝਾਤੀ ਮਾਰ ਲਿਆ ਕਰੋ, ਕਿਉਂਕਿ ਜਦੋਂ ਤੁਸੀਂ ਆਪਣੇ ਆਸ-ਪਾਸ ਦੇਖੋਗੇ ਨਾ ਤਾਂ ਤੁਹਾਨੂੰ ਜਿਹੜੀ ਪੁਰਾਣੀ ਕੰਪਨੀ ਹੁੰਦੀ ਹੈ, ਜਿਵੇਂ ਅੱਜ ਅਸੀਂ ਇਸ ਕੰਪਨੀ ਦੇ ਜੇ ਸ਼ੋਅ ਦੇ ਰਾਹੀਂ ਜਿਹੜੀ ਕੰਪਨੀ ਤੁਹਾਨੂੰ ਮਿਲਵਾਉਣਾ ਹੈ ਉਹਨਾਂ ਦਾ ਨਾਮ ਹੈਗਾ ਪਾਇਨੀਅਰ ਇਮੀਗ੍ਰੇਸ਼ਨ। ਸਾਡੇ ਸ਼ੋਅ ਦੇ ਵਿੱਚ ਬੈਠੇ ਨੇ ਡਾਕਟਰ ਰਵੀ ਗਰਗ, ਉਹਨਾਂ ਨਾਲ ਆਪਾਂ ਗੱਲਬਾਤ ਕਰਨੀ ਹੈ। ਲੇਕਿਨ ਇਸ ਤੋਂ ਪਹਿਲੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਅਵੇਅਰ ਕਰ ਰਿਹਾ ਕਿ ਜਦੋਂ ਵੀ ਤੁਸੀਂ ਅਪਲਾਈ ਕਰਨਾ ਹੁੰਦਾ ਹੈ ਇੱਕ ਸੱਚਾ ਕੰਸਲਟੈਂਟ, ਸਹੀ ਕੰਸਲਟੈਂਟ ਚੂਜ਼ ਕਰਿਆ ਕਰੋ। ਕਿਉਂਕਿ ਜੇ ਬਿਮਾਰੀ ਦੀ ਗੱਲ ਕਰੀਏ ਨਾ, ਕਿਸੇ ਦੇ ਘਰ 'ਚ ਬਿਮਾਰੀ ਹੋ ਜੇ ਔਰ ਬੰਦਾ ਕਿੰਨਾ ਪਰੇਸ਼ਾਨ ਹੋ ਜਾਂਦਾ ਬਿਮਾਰੀ ਕਰਕੇ। ਇੱਕ ਘਰ 'ਚ ਬੇਸ਼ੱਕ ਬਿਮਾਰ ਇੱਕੋ ਹੀ ਹੁੰਦਾ, ਲੇਕਿਨ ਪੂਰਾ ਪਰਿਵਾਰ ਜਿਹੜਾ ਜਿਹਾ ਉਹਦੇ ਚੱਕਰ 'ਚ ਖੱਜਲ ਹੋ ਜਾਂਦਾ ਹੈ। ਅਗਰ ਉਸੇ ਬਿਮਾਰ ਬੰਦੇ ਨੂੰ ਅਗਰ ਸਹੀ ਡਾਕਟਰ ਮਿਲ ਜੇ ਔਰ ਸਹੀ ਹਸਪਤਾਲ ਦੇ ਵਿੱਚ ਉਹਦਾ ਇਲਾਜ ਹੋ ਜੇ ਤਾਂ ਬੜੀ ਜਲਦੀ ਉਹਦੀ ਰਿਕਵਰੀ ਹੁੰਦੀ ਹੈ ਔਰ ਜਲਦੀ ਹੀ ਜਿਹੜਾ ਪਰਿਵਾਰ ਹੈ ਉਹ ਖੁਸ਼ਹਾਲ ਹੋ ਜਾਂਦਾ ਹੈ। ਇਸੇ ਤਰ੍ਹਾਂ ਅਗਰ ਕਿਸੇ ਦੇ ਉੱਪਰ ਕੋਈ ਕੇਸ ਪੈ ਜਾਏ, ਮੰਨ ਕੇ ਚਲੋ ਕਿਸੇ ਦੀ ਕੋਈ ਗਲਤੀ ਹੋ ਗਈ, ਗਲਤੀ ਨਾਲ ਕੇਸ ਪੈ ਗਿਆ, ਉਹਨੂੰ ਜੇਲ੍ਹ ਹੋ ਗਈ, ਕੇਸ ਦੇ ਵਿੱਚ ਜਿਹੜਾ ਜਿਹਾ ਅਗਰ ਉਹਨੂੰ ਜ਼ਮਾਨਤ ਲੈਣੀ ਹੈ ਤਾਂ ਚੰਗਾ ਵਕੀਲ ਕਰਨਾ ਪਏਗਾ। ਅਗਰ ਤੁਸੀਂ ਚੰਗਾ ਵਕੀਲ ਨਹੀਂ ਕਰੋਗੇ ਤਾਂ ਤੁਹਾਨੂੰ ਜਿਹੜਾ ਕੇਸ ਦੇ ਵਿੱਚ ਜ਼ਮਾਨਤ ਨਹੀਂ ਮਿਲਣੀ, ਕੇਸ ਤੁਹਾਡਾ ਜਿਹੜਾ ਤੁਸੀਂ ਜਿੱਤ ਨਹੀਂ ਸਕਦੇ। ਇਸੇ ਕਰਕੇ ਜਦੋਂ ਬੱਚੇ ਨੂੰ ਬਾਹਰ ਭੇਜਣਾ ਹੁੰਦਾ ਹੈ ਤਾਂ ਇਸੇ ਤਰ੍ਹਾਂ ਇੱਕ ਚੰਗਾ ਕੰਸਲਟੈਂਟ ਵੀ ਚੂਜ਼ ਕਰ ਲਿਆ ਕਰੋ। ਉਹ ਇਸ ਕਰਕੇ ਕਰ ਲਿਆ ਕਰੋ ਕਿਉਂਕਿ ਜਿਹੜਾ ਪੈਸਾ ਹੈ ਤੁਹਾਡਾ ਹੈ, ਚੰਗਾ ਕੰਸਲਟੈਂਟ ਚੂਜ਼ ਕਰੋਗੇ ਤੁਹਾਡੇ ਬੱਚੇ ਦਾ ਵੀਜ਼ਾ ਉਹ ਲੈ ਕੇ ਦੇਗਾ। ਕਿਉਂਕਿ ਜ਼ਰੂਰੀ ਨਹੀਂ ਹੈ ਕਿ ਬੱਚੇ ਨੇ 90% ਮਾਰਕਸ ਲਿੱਤੇ ਨੇ, ਬੱਚਾ ਇੰਟੈਲੀਜੈਂਟ ਆ, 7 ਬੈਂਡ ਲੈ ਲੈਣੇ, ਤੁਸੀਂ ਕਿੱਥੇ ਵੀ ਅਪਲਾਈ ਕਰ ਦਿਓ ਵੀਜ਼ਾ ਆ ਜਾਏਗਾ, ਨਾ, ਇਹ ਗੱਲ ਆਪਣੇ ਦਿਮਾਗ ਚੋਂ ਕੱਢ ਦਿਓ। ਜਦ ਤੱਕ ਤੁਸੀਂ ਚੰਗਾ ਕੰਸਲਟੈਂਟ ਚੂਜ਼ ਨਹੀਂ ਕਰਦੇ ਉਦੋਂ ਤੱਕ ਤੁਹਾਡੇ ਬੱਚੇ ਦਾ ਜਿਹੜਾ ਫਿਊਚਰ ਹੈ ਉਹ ਕਿਸੇ ਸੇਫ ਹੱਥਾਂ ਦੇ ਵਿੱਚ ਨਹੀਂ ਹੈ। ਚੰਗਾ ਕੰਸਲਟੈਂਟ ਬਾਰ-ਬਾਰ ਇਸ ਕਰਕੇ ਕਹਿ ਰਿਹਾ ਕਿ ਦੇਖ ਕੇ ਚੂਜ਼ ਕਰਿਆ ਕਰੋ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ, ਉਸ ਤੋਂ ਬਾਅਦ ਜਿਹੜੀ ਅਗਲੀ ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਸਰ ਸਵਾਗਤ ਹੈ ਜੀ, ਬਹੁਤ-ਬਹੁਤ। ਰਿੱਕੀ ਜੀ, ਸ਼ੋਅ ਤੇ ਸੱਦਾ ਦੇਣ ਲਈ ਬਹੁਤ-ਬਹੁਤ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਰਵੀ ਸਰ, ਬਹੁਤ ਸਾਰੇ ਬੱਚੇ ਨੇ ਜਿਹੜਾ ਸਾਡੇ ਤੋਂ ਪੁੱਛਣਾ ਚਾਹੁੰਦੇ ਨੇ ਬੇਸਿਕਲੀ ਕਿ ਕਿਉਂਕਿ ਬਹੁਤ ਦੇਰ ਹੋ ਗਈ ਆਨਲਾਈਨ ਕਲਾਸਿਸ ਲਗਾਉਂਦੇ ਨੇ ਇੰਡੀਆ ਦੇ ਵਿੱਚ, ਵੀਜ਼ਾ ਹਾਲੇ ਤੱਕ ਨਹੀਂ ਆਇਆ, ਕਿਹੜੀ ਡੇਟ ਜਿਹੜੀ ਹੈ ਐਮਬੈਸੀ ਵੱਲੋਂ, ਜਿਹੜੀ ਹੈ ਕਾਲਜ ਯੂਨੀਵਰਸਿਟੀਆਂ ਵੱਲੋਂ ਆਨਲਾਈਨ ਸਟੱਡੀ ਦੀ ਲਾਸਟ ਡੇਟ ਕੀ ਹੈ? ਰਿੱਕੀ ਜੀ, 31 ਅਗਸਤ ਐਮਬੈਸੀ ਦੀ ਲਾਸਟ ਡੇਟ ਹੈਗੀ ਐਮਬੈਸੀ ਵੱਲੋਂ। ਜਿਹੜੇ ਕਿ ਸਟੂਡੈਂਟਸ ਜਿਹੜੇ ਆਲਰੇਡੀ ਆਨਲਾਈਨ ਕਲਾਸਿਸ ਲਗਾ ਰਹੇ ਨੇ ਉਹ 31 ਅਗਸਤ ਤੱਕ ਆਨਲਾਈਨ ਕਲਾਸਿਸ ਲਗਾ ਸਕਦੇ ਆ। 31 ਅਗਸਤ ਤੋਂ ਬਾਅਦ ਡੈਡਲਾਈਨ ਹੈਗੀ ਆ। ਉਸ ਤੋਂ ਬਾਅਦ ਵਾਲੇ ਜਿਹੜੇ ਸਟੂਡੈਂਟਸ ਨੇ ਜਿਨ੍ਹਾਂ ਦੇ ਵੀਜ਼ੇ ਲੱਗਣਗੇ ਉਹਨਾਂ ਨੂੰ ਫਿਲਹਾਲ ਦੇ ਰੂਲ ਦੇ ਮੁਤਾਬਕ ਇਨ ਪਰਸਨ ਕਲਾਸਿਸ ਦੇ ਵਿੱਚ ਜਾ ਕੇ, ਕੈਨੇਡਾ ਦੇ ਵਿੱਚ ਜਾ ਕੇ ਹੀ ਕਲਾਸਿਸ ਲਾਣੀਆਂ ਪੈਣੀਆਂ। ਆਨਲਾਈਨ ਕਲਾਸਿਸ ਅਲਾਉਡ ਨਹੀਂ ਹੈਗੀਆਂ ਜੀ। ਬਿਲਕੁਲ। ਅੱਛਾ ਸਰ, ਇੱਕ ਹੋਰ ਬੜਾ ਕੁਐਸਚਨ ਹੈ ਕਿਉਂਕਿ ਲੋਕੀ ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਨਾ ਸ਼ੋਅ ਦੇਖਦੇ ਹੁੰਦੇ ਹੋ, ਨੰਬਰ ਨੋਟ ਕਰਨਾ ਭੁੱਲ ਜਾਂਦੇ ਹੋ, ਕਿਉਂਕਿ ਗੱਲਾਂ ਬਾਤਾਂ ਜਿਹੜੀਆਂ ਹੁੰਦੀਆਂ ਉਹ ਤੁਹਾਡੇ ਆਪਣੇ ਪ੍ਰੋਫਾਈਲ ਦੇ ਰਿਲੇਟਡ ਹੁੰਦੀਆਂ ਨੇ। ਫੋਟੋ ਖਿੱਚ ਲਿਆ ਕਰੋ ਜਾਂ ਫਿਰ ਨੰਬਰ ਨੋਟ ਕਰ ਲਿਆ ਕਰੋ। ਸ਼ੋਅ ਤੋਂ ਬਾਅਦ ਵੀ ਤੁਸੀਂ ਜਿਹੜੇ ਕਾਲ ਕਰ ਸਕਦੇ ਹੋ ਔਰ ਅਲੱਗ-ਅਲੱਗ ਸ਼ਹਿਰ ਅਸੀਂ ਡਿਸਪਲੇ ਕਰ ਰਹੇ ਹੁੰਦੇ ਆ ਸਕਰੀਨ ਦੇ ਉੱਪਰ, ਜਿੱਥੇ ਪਾਇਨੀਅਰ ਇਮੀਗ੍ਰੇਸ਼ਨ ਦੇ ਆਫਿਸ ਹੈਗੇ ਨੇ, ਤੁਸੀਂ ਉੱਥੇ ਤੇ ਵਿਜ਼ਿਟ ਕਰ ਸਕਦੇ ਹੋ। ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਚੰਡੀਗੜ੍ਹ ਦੇ ਵਿੱਚ ਹੀ ਆਣਾ, ਕਿਉਂਕਿ ਕਈ ਵਾਰੀ ਆਪਾਂ ਦੇਖਦੇ ਹਾਂ ਚੰਡੀਗੜ੍ਹ ਲੋਕੀ ਕਹਿੰਦੇ ਦੂਰ ਹੈ, ਅੱਜ ਨਹੀਂ ਕੱਲ ਜਾਵਾਂਗੇ। ਮੋਗੇ ਵੀ ਇਹਨਾਂ ਦਾ ਆਫਿਸ ਹੈਗਾ, ਜਲੰਧਰ ਵੀ ਆਫਿਸ ਹੈਗਾ, ਅੰਮ੍ਰਿਤਸਰ ਦੇ ਵਿੱਚ ਕਾਫੀ ਜਗ੍ਹਾ ਜਿਹੜੇ ਇਹਨਾਂ ਦੇ ਆਫਿਸ ਹੈਗੇ ਨੀਚੇ ਡਿਸਪਲੇ ਹੋ ਰਹੇ ਨੇ, ਤੁਸੀਂ ਉੱਥੇ ਵੀ ਜਾ ਕੇ ਜਿਹੜੇ ਆਪਣੀ ਫਾਈਲ ਦੇ ਲਈ ਡਿਸਕਸ ਕਰ ਸਕਦੇ ਹੋ। ਸਰ ਬਹੁਤ ਜਿਹੜੇ ਲੋਕੀ ਇਹ ਪੁੱਛਦੇ ਹੈ ਕਿ ਕੈਨੇਡਾ ਜਾਣ ਦੇ ਲਈ ਬੇਸਿਕਲੀ ਅਗਰ ਆਪਾਂ ਮੋਟੀ ਜੀ ਗੱਲ ਕਰੀਏ, ਇੱਕ ਮੋਟੀ, ਮੈਂ ਇਹ ਨਹੀਂ ਕਹਾਂਗੀ ਕਿ ਮੋਟੀ ਗੱਲ, ਪਿੱਛੇ ਕੁਝ ਹੋਰ ਛੋਟੀ ਮੋਟੀ ਵੀ ਹੋ ਸਕਦੀ ਹੈ। ਆਪਾਂ ਇੱਕ ਗੱਲ ਤੇ ਫੋਕਸ ਕਰਾਂਗੇ ਕਿ ਜਦੋਂ ਬੱਚੇ ਦੇ ਪੇਰੈਂਟਸ ਪੁੱਛਦੇ ਹੁੰਦੇ ਆ ਕਿ ਕਿੰਨਾ ਕੀ ਬਜਟ ਜਿਹੜਾ ਜਿਹਾ ਇੱਕ ਬੱਚੇ ਨੂੰ ਲੈ ਕੇ ਚੱਲਣਾ ਚਾਹੀਦਾ, ਜਿਹਦੇ ਨਾਲ ਕਿ ਉਹਦਾ ਇੱਕ ਮਾਈਂਡ ਸੈੱਟ ਹੋ ਜਾਏ ਕਿ ਹਾਂ ਇੰਨਾ ਕਿ ਜਿਹੜਾ ਪੈਸਾ ਹੈ ਕੈਨੇਡਾ ਵਿੱਚ ਸਟੱਡੀ ਕਰਨ ਲਈ ਚਾਹੀਦਾ ਹੈ। ਬਿਲਕੁਲ। ਦੇਖੋ ਰਿੱਕੀ ਜੀ, ਇਸ ਵਕਤ 10,000 ਕੈਨੇਡੀਅਨ ਡਾਲਰ, 10,000 GIC ਸਰਟੀਫਿਕੇਟ, ਜਿਹੜਾ GIC ਜਿਹੜਾ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ GIC ਵਾਸਤੇ ਚਾਹੀਦਾ ਹੈ। ਕੈਨੇਡੀਅਨ ਜਿਹੜੀ ਹੈ ਉਹ ਬੈਂਕ ਦੇ ਵਿੱਚ ਜਮ੍ਹਾਂ ਕਰਾਉਣਾ ਹੈ। ਇੱਕ ਕਿਸਮ ਦਾ ਆਪਾਂ ਇੰਡੀਅਨ ਲੈਂਗੁਏਜ ਫਿਕਸਡ ਡਿਪੋਜ਼ਿਟ ਕਹਿ ਦਾਂਗੇ। 10,000 ਡਾਲਰ ਉਹ ਕਰਾਉਣਾ ਜਿਹੜਾ ਕਿ ਤਕਰੀਬਨ 6.5 ਲੱਖ ਬਣਦਾ ਹੈਗਾ। ਉੱਥੇ ਜਾ ਕੇ ਵੀਜ਼ਾ ਲੱਗਣ ਤੋਂ ਬਾਅਦ ਸਟੂਡੈਂਟ ਨੂੰ ਹੌਲੀ ਕਰਕੇ 1 ਸਾਲ ਦੇ ਵਿੱਚ ਵਾਪਸ ਮਿਲ ਜਾਂਦਾ ਹੈਗਾ। ਦੂਸਰਾ ਹੈਗਾ ਕਿ ਇੱਕ ਸਾਲ ਦੇ 2 ਕੋਰਸ ਲੈਣੇ ਆ, ਮਤਲਬ 1 ਸਾਲ ਦਾ ਇੱਥੋਂ ਕੋਰਸ ਗ੍ਰੈਜੂਏਟਸ ਜਿਹੜੇ ਨੇ ਉਹ 1 ਸਾਲ ਦਾ ਕੋਰਸ ਵੀ ਲੈ ਸਕਦੇ ਨੇ, 2 ਸਾਲ ਦਾ ਵੀ ਲੈ ਸਕਦੇ ਨੇ। 1 ਸਾਲ ਦਾ ਲਈਏ ਤੇ ਕੋਈ ਦਿੱਕਤ ਨਹੀਂ ਹੈਗੀ,
ਉੱਥੇ ਜਾ ਕੇ 1 ਸਾਲ ਦਾ ਹੋਰ ਕੋਰਸ ਪੜ੍ਹ ਲੈਣਾ ਜ਼ਰੂਰ, ਤਾਂ ਕਿ 1 ਸਾਲ ਦੇ 2 ਕੋਰਸ ਹੋ ਜਾਣਗੇ, ਤਦ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ। 2 ਸਾਲ ਦਾ ਕੋਰਸ ਲੈ ਕੇ ਜਾਣਗੇ ਫਿਰ ਵੀ 3 ਸਾਲ ਦਾ ਵਰਕ ਪਰਮਿਟ ਮਿਲੇਗਾ। ਧਿਆਨ ਰੱਖਣਾ ਹੈ ਕਿ ਚਾਂਸਸ ਜਿਹੜੇ ਆ ਉਹ ਵੱਧ ਜਾਂਦੇ ਆ, ਵੱਧ ਜਾਣਗੇ, ਕਿਉਂਕਿ 1 ਸਾਲ ਤੋਂ ਬਾਅਦ ਅਗਰ ਵਰਕ ਪਰਮਿਟ ਲੈਣਗੇ ਸਟੂਡੈਂਟਸ ਤੇ 1 ਸਾਲ ਦਾ ਮਿਲੇਗਾ, ਜਿਸ ਦੇ ਵਿੱਚ PR ਦੇ ਵਿੱਚ ਦਿੱਕਤ ਹੋ ਸਕਦੀ ਹੈ। ਸੋ 2 ਸਾਲ, ਔਰ ਜਿਹੜੇ 12ਵੀਂ ਵਾਲੇ ਬੱਚੇ ਨੇ ਪੋਸਟ ਸੈਕੰਡਰੀ ਪ੍ਰੋਗਰਾਮ, ਤਾਂ 2 ਸਾਲ ਦਾ ਹੀ ਲੈ ਕੇ ਜਾਣਾ ਚਾਹੀਦਾ। ਸੋ 2 ਸਾਲ ਦੇ ਕੋਰਸ ਦੀ ਜਿਹੜੀ ਫੀਸ ਤਕਰੀਬਨ 15 ਤੋਂ 20 ਲੱਖ ਰੁਪਏ ਹੈਗੀ ਹੈ, ਜਿਸ ਦਾ ਕਿ 1 ਸਾਲ ਦੀ ਜਿਹੜੀ ਫੀਸ ਆਪਾਂ ਭਰ ਕੇ ਜਾਣਾ ਹੈਗਾ, ਔਰ ਤਕਰੀਬਨ ਕੋਈ 7 ਤੋਂ ਲੈ ਕੇ 10 ਲੱਖ 1 ਸਾਲ ਦੇ ਬਣ ਜਾਣਗੇ। ਇਹ 7 ਤੋਂ 10 ਲੱਖ ਔਰ ਪਲੱਸ GIC। ਸੋ ਅਗਰ ਜ਼ਿਆਦਾਤਰ ਕਾਲਜਿਸ ਦੀ 10 ਲੱਖ ਫੀਸ ਮੰਨ ਲਈਏ ਤੇ 10 ਲੱਖ ਫੀਸ ਤੇ 6 ਲੱਖ 6.5 ਲੱਖ GIC ਦੇ 16.5 ਲੱਖ ਦੇ ਕਰੀਬ ਟੋਟਲ ਬਣ ਜਾਣਗੇ। ਅਗਰ ਕੋਈ ਅਫੋਰਡ ਨਹੀਂ ਕਰਦੇ ਤੇ ਸਾਡੇ ਆਫਿਸ ਦੇ ਵਿੱਚ ਜਾ ਕੇ ਗੱਲਬਾਤ ਕਰਾਂਗੇ, ਤੇ ਕਈ ਕਾਲਜਿਸ ਦੀ ਫੀਸਾਂ ਘੱਟ ਨੇ, ਜਿਸ ਤਰ੍ਹਾਂ ਕਿ CBU ਜਿਹੜੀ ਹੈਗੀ ਹੈ, ਕੇਪ ਬ੍ਰਿਟਨ ਯੂਨੀਵਰਸਿਟੀ ਹੈਗੀ ਹੈ, ਕੌਂਟਲੈਂਡ ਪੋਲੀਟੈਕਨਿਕ ਯੂਨੀਵਰਸਿਟੀ KPU ਸਰੀ, CBU ਜਿਹੜੀ ਹੈ ਨੋਵਾ ਸਕੋਸ਼ੀਆ ਦੇ ਵਿੱਚ ਸਿਡਨੀ 'ਚ ਜਿਹੜੀ ਹੈਗੀ ਹੈ, ਔਰ ਲੈਂਪਟਨ ਕਾਲਜ ਸਾਰਨੀਆ, ਔਰ ਮਿਸੀਸਾਗਾ ਔਰ ਟੋਰਾਂਟੋ ਦੇ ਵਿੱਚ ਕੈਂਪਸ ਹੈਗਾ। ਇਹ ਸਾਰੇ NBCC ਨਿਊ ਬਰੰਜਵਿਕ ਕਮਿਊਨਿਟੀ ਕਾਲਜ ਦੇ ਪੋਸਟ ਸੈਕੰਡਰੀ ਕੋਰਸਿਸ ਵੀ, CNC ਜਿਹੜਾ ਹੈ ਕਾਲਜ ਆਫ ਨਿਊ ਕੈਲੇਡੋਨੀਆ ਪ੍ਰਿੰਸ ਜਾਰਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਥੋੜੇ ਜਿਹੇ ਨਾਂ ਲਏ ਆ ਮੈਂ। ਇਹਨਾਂ ਦੀ ਜਿਹੜੀ ਫੀਸਾਂ ਤਕਰੀਬਨ ਕੋਈ 2 ਸਾਲ ਦੀਆਂ 15 ਲੱਖ ਨੇ 20 ਲੱਖ ਦੇ ਬਜਾਏ। ਸੋ ਕਿਹੜੇ ਕੋਰਸ ਦੀ ਧਿਆਨ ਰੱਖਣਾ ਹੈਗਾ, ਕਾਲਜ ਦਾ ਨਾਮ, ਕੋਰਸ ਦਾ ਨਾਮ ਔਰ ਕੋਰਸ ਦੀ ਜਿਹੜੀ ਹੈ ਫੀਸ ਕਨਫਰਮ ਕਰ ਲੈਣੀ ਸਾਡੇ ਆਫਿਸ ਦੇ ਵਿੱਚ। ਹੈੱਡ ਆਫਿਸ ਚੰਡੀਗੜ੍ਹ ਔਰ ਬ੍ਰਾਂਚ ਆਫਿਸਿਸ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ ਸਾਡੇ ਆਫਿਸਿਸ। ਇਹ ਜਿਹੜੀਆਂ ਫੀਸਾਂ ਇਸ ਤਰੀਕੇ ਨਾਲ ਤਕਰੀਬਨ ਕੋਈ 16 16.5 ਲੱਖ ਇਸ ਤਰ੍ਹਾਂ ਦੀ ਤਕਰੀਬਨ ਕੋਈ ਇਹ ਬਜਟ ਤੁਹਾਡੇ ਕੋਲ ਹੋਣਾ ਚਾਹੀਦਾ ਹੈਗਾ। ਔਰ ਕੁਝ ਕਾਲਜਿਸ ਦਾ ਜਿਹੜੀ ਫੀਸ ਘੱਟ ਹੈਗੀ ਹੈ ਤੇ ਉਹ ਥੋੜੇ ਘੱਟ ਬਜਟ ਨਾਲ ਕੰਮ ਮੈਂ ਰੋਕ ਰਿਹਾ ਤੁਹਾਨੂੰ, ਕਿਉਂਕਿ ਤੁਸੀਂ ਫੀਸ ਦੀ ਗੱਲ ਕਰ ਰਹੇ ਹੋ। ਬੇਸਿਕਲੀ ਜਿਹੜੀ ਕਾਲਜਾਂ ਦੀ ਘੱਟ ਹੈ, ਮੈਂ ਮੈਕਸਿਮਮ ਦੇਖਦਾ ਹੁੰਦਾ, ਅਸੀਂ ਵੀ ਇੰਟਰਵਿਊ ਕਰਦੇ ਹੁੰਦੇ ਆ ਰੂਟੀਨ ਦੇ ਵਿੱਚ, ਕੋਈ ਨਾ ਕੋਈ ਕੰਸਲਟੈਂਟ ਅਸੀਂ ਸਾਡੇ ਕੋਲ ਆਇਆ ਹੁੰਦਾ ਸੀ ਸ਼ੋਅ ਦੇ ਰਾਹੀਂ, ਕਿਉਂਕਿ ਅਲੱਗ-ਅਲੱਗ ਜਿਹੜੇ ਕੰਪਨੀਆਂ ਨੂੰ ਆਪਾਂ ਸਾਹਮਣੇ ਲੈ ਕੇ ਆਉਂਦੇ ਆ। ਤੁਸੀਂ ਕੀਤੀ ਹੈ ਘੱਟ ਫੀਸ ਦੀ ਗੱਲ, ਮੈਂ ਤਾਂ ਮੈਕਸਿਮਮ ਜਿਹੜੇ ਲੋਕੀ ਦੇਖੇ ਨੇ ਉਹ ਕਹਿੰਦੇ ਆ ਕਿ ਘੱਟ ਯੂਨੀਵਰਸਿਟੀ ਜਿਨ੍ਹਾਂ ਦੀ ਫੀਸ ਹੈਗੀ ਹੈ ਉਹਨਾਂ ਨੂੰ ਪ੍ਰਮੋਟ ਨਹੀਂ ਕਰਨਾ, ਮਤਲਬ ਉੱਥੇ ਬੱਚਾ ਨਹੀਂ ਭੇਜਣਾ। ਲੇਕਿਨ ਤੁਸੀਂ ਹੁਣ ਕਹਿ ਰਹੇ ਹੋ ਕਿ ਘੱਟ ਜਿਨ੍ਹਾਂ ਦਾ ਬਜਟ ਹੈਗਾ, ਜਿਨ੍ਹਾਂ ਦਾ 16 ਲੱਖ ਰੁਪਏ ਦਾ 2 ਸਾਲ ਦਾ ਤੁਸੀਂ ਬਜਟ ਕਹਿ ਰਹੇ ਹੋ, ਉੱਥੇ ਵੀ ਤੁਸੀਂ ਮਤਲਬ ਬੱਚਾ ਜਿਹੜਾ ਭੇਜ ਸਕਦੇ ਹੋ। ਲੇਕਿਨ ਅਸੀਂ ਦੇਖਦੇ ਹਾਂ ਕਿ ਜਿਹੜੇ ਕਈ ਕੰਸਲਟੈਂਟ ਹੈਗੇ ਨੇ ਉਹ ਤਾਂ ਪ੍ਰਮੋਟ ਹੀ ਨਹੀਂ ਕਰਦੇ ਇਹਨਾਂ ਨੂੰ। ਦੇਖੋ ਇੱਦਾਂ ਹੈਗਾ ਕਿ ਆਪਣੀ ਸੋਚ ਦੀ ਗੱਲ ਹੈਗੀ ਹੈ। ਬੜੇ ਤਰ੍ਹਾਂ ਦੇ ਹਰ ਫੀਲਡ ਦੇ ਵਿੱਚ, ਹਰ ਤਰ੍ਹਾਂ ਦੇ ਬਿਜ਼ਨਸ ਵਿੱਚ, ਹਰ ਤਰ੍ਹਾਂ ਦੇ ਪ੍ਰੋਫੈਸ਼ਨ ਵਿੱਚ, ਹਰ ਤਰ੍ਹਾਂ ਦੇ ਪਰਸਨਸ ਹੁੰਦੇ ਨੇ, ਔਰ ਆਪਣੇ ਇੰਟਰਸਟ ਨੂੰ ਵੀ ਕਈ ਵਾਰੀ ਕੋਈ ਬੰਦੇ ਧਿਆਨ 'ਚ ਰੱਖਦੇ ਨੇ। ਮੇਰਾ ਪਰਸਨਲੀ ਇਹ ਸੋਚਣਾ ਹੈਗਾ ਕਿ ਸਾਡੇ ਥੋੜ੍ਹੀ ਜਿਹੀ ਸਾਡੇ ਜਿਹੜੇ ਕਾਲਜਿਸ ਅਸੀਂ ਸਟੂਡੈਂਟਸ ਨੂੰ ਭੇਜਦੇ ਹਾਂ, ਅਸੀਂ ਸਟੂਡੈਂਟਸ ਕੋਲ, ਜਿਸ ਤਰ੍ਹਾਂ ਸਾਡੀ ਪਾਇਨੀਅਰ ਇਮੀਗ੍ਰੇਸ਼ਨ ਦੀ ਫੀਸ ਸਿਰਫ 2000 ਰੁਪਏ ਹੈਗੀ ਹੈ ਕਾਗਜ਼ਾਂ ਦੀ, ਜਾਂ ਰਜਿਸਟ੍ਰੇਸ਼ਨ ਫੀਸ ਹੈਗੀ ਹੈ, ਔਰ ਬਾਕੀ ਜਾਂ ਰਿਫਿਊਜ਼ਡ ਹੈਗੇ ਨੇ, ਜਾਂ ਜ਼ਿਆਦਾ ਕੰਪਲਿਕੇਟਿਡ ਜਾਂ ਜ਼ਿਆਦਾ ਗੈਪ ਵਾਲੇ ਨੇ, ਉਹਨਾਂ ਕੋਲੋਂ 10-20 ਹਜ਼ਾਰ 15,000 ਕੁਛ ਇਸ ਤਰ੍ਹਾਂ ਦੀ ਫੀਸ ਹੋ ਸਕਦੀ ਹੈ। ਲੇਕਿਨ ਮੋਸਟ ਕੇਸਿਸ ਕੋਲੋਂ ਜਿਹੜੇ ਠੀਕ ਕੇਸਿਸ ਨੇ ਉਹਨਾਂ ਕੋਲੋਂ 2000 ਰੁਪਏ। ਔਰ ਸਾਡੇ ਆਫਿਸ ਦੇ ਖਰਚੇ ਜਿਹੜੇ ਅਸੀਂ ਇਹਨਾਂ ਦੇ ਆਫੀਸ਼ੀਅਲ ਆਥੋਰਾਈਜ਼ਡ ਰਿਪਰੈਜ਼ੈਂਟੇਟਿਵ ਹੈਗੇ ਆ, ਸਾਡੇ ਆਫਿਸ ਦੇ ਖਰਚੇ ਇਹ ਕਾਲਜਿਸ ਯੂਨੀਵਰਸਿਟੀਜ਼ ਦਿੰਦੇ ਨੇ। ਔਰ ਨੈਚੁਰਲੀ ਇਟ ਵਿਲ ਡਿਪੈਂਡ ਕਿ ਫੀਸ ਜਿੰਨੀ ਜ਼ਿਆਦਾ ਹੁੰਦੀ ਹੈ, ਸਾਨੂੰ ਉਨਾ ਹੀ ਆਫਿਸ ਦਾ ਖਰਚਾ ਥੋੜ੍ਹਾ ਜਿਹਾ ਵੱਧ ਮਿਲ ਸਕਦਾ ਹੈਗਾ। ਲੇਕਿਨ ਪਰਸਨਲੀ ਮੇਰੀ ਸੋਚ ਇਹ ਹੈਗੀ, ਇਟ ਹਾਰਡਲੀ ਮੈਟਰਸ। ਜਿਹੜੇ ਲੋਕ ਅਫੋਰਡ ਨਹੀਂ ਕਰਦੇ ਉਹਨਾਂ ਨੂੰ, ਅਗਰ ਦੇਖੋ ਕੁਝ ਕਾਲਜਿਸ ਦਾ ਮੈਂ ਦੱਸਿਆ 20 ਲੱਖ ਖਰਚਾ ਹੈਗਾ ਜ਼ਿਆਦਾਤਰ ਦਾ, 10 ਵਿੱਚੋਂ 9 ਕਾਲਜਿਸ ਦਾ 20 ਲੱਖ ਫੀਸ ਹੈਗੀ ਹੈ 2 ਸਾਲ ਦੀ। ਲੇਕਿਨ ਕੁਝ ਕਾਲਜਿਸ ਦੀ 20 ਲੱਖ ਦੇ ਬਜਾਏ 15 ਲੱਖ, ਤਾਂ ਸਟੂਡੈਂਟ ਨੂੰ 5 ਲੱਖ ਦਾ ਬੈਨੀਫਿਟ ਹੋ ਗਿਆ। ਸੋ ਇਟਸ ਅ ਬਿਗ ਬੈਨੀਫਿਟ। ਔਰ ਉਹੀ ਕਿ ਅਗਰ ਅਸੀਂ ਸੱਚੇ ਦਿਲ ਨਾਲ ਲੋਕਾਂ ਦੀ, ਚਾਹੇ ਮੈਂ ਬੜੇ ਸਾਲ ਡਾਕਟਰੀ ਵੀ ਕੀਤੀ ਜਾਂ ਕੋਈ ਵੀ ਪ੍ਰੋਫੈਸ਼ਨ ਹੈਗਾ, ਅਗਰ ਅਸੀਂ ਸੱਚੇ ਦਿਲ ਨਾਲ ਜਿਹੜੇ ਸਾਹਮਣੇ ਵਾਲੇ ਬੰਦੇ ਹੈਗੇ ਨੇ ਉਹਨਾਂ ਦਾ ਸੇਵਾ ਸਮਝ ਕੇ ਖਿਆਲ ਕਰਾਂਗੇ, ਤਾਂ ਪਰਸਨਲੀ ਜੈਨੂਅਨਲੀ ਮੈਂ ਇਹ ਸੋਚਦਾ ਮੰਦਿਰ ਗੁਰਦੁਆਰੇ ਵੀ ਜਾਣ ਦੀ ਲੋੜ ਨਹੀਂ। ਅਸੀਂ ਕਿੰਨੀਆਂ ਛਬੀਲਾਂ ਲਾਉਂਦੇ ਹਾਂ, ਮੰਦਿਰ ਗੁਰਦੁਆਰੇ ਜਾਂਦੇ ਹਾਂ, ਬੜਾ ਕੁਛ ਸੋਸ਼ਲ ਵਰਕ ਔਰ ਬੜੀ ਸਹਾਇਤਾ ਕਰਨ ਦੀਆਂ ਗੱਲਾਂ ਕਰਦੇ ਹਾਂ। ਸੋ ਆਪਣੇ ਪ੍ਰੋਫੈਸ਼ਨ 'ਤੇ ਆਪਣੀ ਸੀਟ 'ਤੇ ਬੈਠ ਕੇ ਵੀ ਅਸੀਂ ਖਿਆਲ ਕਰ ਸਕਦੇ ਹਾਂ। ਅਸੀਂ ਸਾਰੀਆਂ ਆਪਸ਼ਨਸ ਦੇਵਾਂਗੇ, ਇੱਥੇ ਤੁਹਾਡਾ ਬੈਨੀਫਿਟ ਹੋ ਸਕਦਾ। ਇੱਥੇ ਸੱਚੇ ਦਿਲੋਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਜੈਨੂਅਨਲੀ ਬੱਚੇ ਦੇ ਭਵਿੱਖ ਬਾਰੇ ਸੋਚਾਂਗੇ ਤੇ ਮੇਕਸ ਅ ਬਿਗ ਡਿਫਰੈਂਸ। ਸੋ ਇਹ ਹੈ ਕਿ ਕੌਣ ਕੀ ਕਹਿੰਦਾ ਇਸ ਬਾਰੇ ਤਾਂ ਨਹੀਂ, ਲੇਕਿਨ ਅਸੀਂ ਜ਼ਰੂਰ ਸਾਡੇ ਕਿਸੇ ਵੀ ਆਫਿਸ 'ਚ ਜਾਓਗੇ
ਬਹੁਤ ਹੀ ਜੈਨੂਅਨਲੀ ਮੇਰੀ ਦੇਖ ਰੇਖ ਦੇ ਵਿੱਚ, ਮੇਰੀ ਗਾਈਡੈਂਸ ਦੇ ਨਾਲ, ਮੇਰੀ ਟ੍ਰੇਨਿੰਗ ਦੇ ਨਾਲ ਮੇਰੇ ਸਾਰੇ ਸਟਾਫ ਮੈਂਬਰ ਕੰਮ ਕਰਦੇ ਆ ਔਰ ਤੁਹਾਡੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਨੇ ਜੀ। ਬਿਲਕੁਲ ਸਰ, ਇੱਥੇ ਮੈਂ ਇੱਕ ਗੱਲ ਹੋਰ ਐਡ ਕਰਨਾ ਚਾਹਾਂਗਾ ਕਿਉਂਕਿ ਬਹੁਤ ਸਾਰੇ ਬੱਚੇ ਤੁਸੀਂ ਆਲਰੇਡੀ ਭੇਜ ਚੁੱਕੇ ਹੋ ਕਾਫੀ ਸਾਲਾਂ ਤੋਂ, ਜਿਹੜਾ 2003 ਤੋਂ ਤੁਸੀਂ ਇਹ ਪਾਇਨੀਅਰ ਇਮੀਗ੍ਰੇਸ਼ਨ ਜਿਹੜੀ ਕੰਪਨੀ ਚਲਾ ਰਹੇ ਹੋ। ਕਾਫੀ ਜਿਹੜੀ ਫੈਮਿਲੀਜ਼ ਨੇ ਜਿਹੜੀਆਂ ਸੈਟਲਡ ਹੋ ਚੁੱਕੀਆਂ ਕੈਨੇਡਾ ਜਾ ਕੇ, ਜਿਨ੍ਹਾਂ ਦੇ ਬੱਚੇ ਸੈਟਲਡ ਨੇ, ਅੱਜ ਉਹ ਦੁਆਵਾਂ ਦਿੰਦੇ ਨੇ ਬੇਸਿਕਲੀ ਕਿ ਅਸੀਂ ਪਾਇਨੀਅਰ ਇਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕੀਤਾ ਸੀਗਾ ਔਰ ਅੱਜ ਬੱਚਾ ਜਿਹੜਾ ਉੱਥੇ ਸੈਟਲਡ ਹੈ। ਹੁਣ ਜਿਹੜੇ ਲੇਟੈਸਟ ਬੱਚੇ ਜਿਹੜੇ ਗਏ ਨੇ ਜਾਂ ਕੋਈ ਮਤਲਬ ਇਹੋ ਜਿਹੇ ਸਟੂਡੈਂਟ ਹੈਗੇ ਨੇ, ਸਟੂਡੈਂਟ ਵੀਜ਼ਾ ਤੇ ਗਏ ਨੇ, ਕਿਸੇ ਨੇ ਆਪਣੇ ਸਪਾਊਸ ਨੂੰ ਬੁਲਾਉਣਾ ਹੋਵੇ, ਜਿਹਨੂੰ ਆਪਾਂ ਕਹਿੰਦੇ ਆ ਕਿ ਡਿਪੈਂਡੈਂਟ ਵੀਜ਼ਾ ਬੇਸਿਕਲੀ ਕਹਿੰਦੇ ਆ, ਔਰ ਨਾਲ ਹੀ ਅਗਰ ਕਿਸੇ ਨੇ ਕੋਈ ਬੱਚਾ ਗਿਆ, ਉਹਨੇ ਮਾਂ ਪਿਓ ਨੂੰ ਆਪਣੇ ਨੂੰ ਬੁਲਾਣਾ ਹੈ ਕੈਨੇਡਾ ਦੇ ਵਿੱਚ, ਤਾਂ ਕੋਵਿਡ ਦੇ ਚੱਕਰ 'ਚ ਬੇਸਿਕਲੀ ਵੀਜ਼ਾ ਵੀ ਨਹੀਂ ਆ ਰਹੇ ਸੀਗੇ। ਲੇਕਿਨ ਹੁਣ ਜਿਹੜਾ ਇਹ ਟਾਈਮ ਚੱਲ ਰਿਹਾ ਹੈ, ਇਹਦੇ ਵਿੱਚ ਉਹ ਬੱਚਾ ਕਿਸੇ ਨੂੰ ਬੁਲਾਣਾ ਚਾਹੇ, ਅਗਰ ਕਿਸੇ ਨੇ ਆਪਣੀ ਵਾਈਫ ਨੂੰ ਬੁਲਾਣਾ ਹੈ ਜਾਂ ਵਾਈਫ ਨੇ ਹਸਬੈਂਡ ਨੂੰ ਬੁਲਾਣਾ ਹੈ ਜਾਂ ਫਿਰ ਕਿਸੇ ਬੱਚੇ ਨੇ ਆਪਣੇ ਮਾਂ ਪਿਓ ਨੂੰ ਬੁਲਾਣਾ ਹੈ, ਤਾਂ ਅੱਜ ਦੀ ਡੇਟ 'ਚ ਸਹੀ ਟਾਈਮ ਹੈ ਅਪਲਾਈ ਕਰਨ ਦਾ। ਬਿਲਕੁਲ ਰਿੱਕੀ ਜੀ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਦੋਂ ਕੋਵਿਡ ਸੀਗਾ ਤੇ ਬਾਇਓਮੈਟ੍ਰਿਕਸ ਦੇ ਵਿੱਚ ਵੀ ਰੁਕਾਵਟ ਸੀਗੀ ਔਰ ਥੋੜੀ ਜਿਹੀ ਆਫਿਸਰਸ ਦੀ ਸਟਰੈਂਥ ਵੀ ਘੱਟ ਸੀਗੀ ਔਰ ਵਰਕ ਫਰੋਮ ਹੋਮ ਵੀ ਐਮਬੈਸੀ ਦਾ ਚੱਲਦਾ ਪਿਆ ਸੀ, ਇਹ ਥੋੜਾ ਸਲੋ ਸੀਗਾ ਪ੍ਰੋਸੈਸ। ਔਰ ਖਾਸ ਤੌਰ ਤੇ ਸਪਾਊਸ ਵੀਜ਼ਾ ਨੂੰ 2-2 ਸਾਲ, 1.5 ਸਾਲ ਇਸ ਤਰ੍ਹਾਂ ਕਾਫੀ ਵੇਟਿੰਗ ਜਿਹੜੀ ਕਰਨੀ ਪਈ। ਲੇਕਿਨ ਇਸ ਵਕਤ ਜਿਹੜੀ ਹੈ 4-5-6 ਮਹੀਨੇ ਦਾ ਵੇਟਿੰਗ ਟਾਈਮ ਹੈਗਾ, ਉਹ ਘਟ ਗਿਆ ਕਾਫੀ ਔਰ ਸਕਸੈਸ ਰੇਟ ਬਹੁਤ ਚੰਗਾ। ਖਾਸ ਤੌਰ ਤੇ ਸਪਾਊਸ ਵੀਜ਼ਾ ਦਾ, ਸਪਾਊਸ ਓਪਨ ਵਰਕ ਪਰਮਿਟ, ਇਹ ਵੀ ਚੰਗਾ ਹੈਗਾ ਔਰ ਸਟੱਡੀ ਵੀਜ਼ਾ ਦਾ ਤਕਰੀਬਨ ਕੋਈ 3 ਮਹੀਨੇ ਦੇ ਕਰੀਬ ਪ੍ਰੋਸੈਸਿੰਗ ਟਾਈਮ PPR ਦਾ ਹੈਗਾ ਔਰ ਉਸ ਦੇ ਨਾਲ ਜਿਹੜੇ ਪਾਸਪੋਰਟ ਸਟੈਂਪਿੰਗ ਹੋਣ ਦਾ 10-15 ਦਿਨ ਉਹ ਹੈਗੇ। ਔਰ ਬਿਲਕੁਲ ਵਿਜ਼ਟਰ ਵੀਜ਼ਾ ਦਾ ਵੀ ਕਾਫੀ ਕੁਝ ਕੇਸਿਸ ਦਾ ਸਾਲ 1.5 ਸਾਲ ਵੀ ਵੇਟ ਕਰਨਾ ਪਿਆ ਸੀਗਾ। ਹੁਣ ਕੈਨੇਡਾ ਐਮਬੈਸੀ ਨੇ ਨਵਾਂ ਪੋਰਟਲ ਵੀ ਸ਼ੁਰੂ ਕਰ ਦਿੱਤਾ ਹੈਗਾ 3-4-5 ਮਹੀਨੇ ਦਾ ਹੁਣ ਵੀ, ਲੇਕਿਨ ਪ੍ਰੋਸੈਸਿੰਗ ਟਾਈਮ ਹੈਗਾ, ਲੇਕਿਨ ਸਕਸੈਸ ਰੇਟ ਵੈਰੀ ਗੁੱਡ। ਵੈਲਕਮ ਜੀ। ਸਰ, ਬਹੁਤ ਸਾਰੇ ਬੱਚੇ ਪੁੱਛਦੇ ਹੁੰਦੇ ਆ ਕਿ ਸਾਡੇ 90% ਮਾਰਕਸ ਹੈਗੇ ਨੇ, ਉਹ ਬਾਕੀ ਜਿਹੜੇ ਬੱਚੇ ਅੱਛੀ ਐਜੂਕੇਸ਼ਨ ਜਿਨ੍ਹਾਂ ਨੇ ਇੱਥੇ ਲਿੱਤੀ ਹੁੰਦੀ ਹੈ, +2 'ਚ ਬਹੁਤ ਵਧੀਆ ਮਾਰਕਸ ਹੁੰਦੇ ਨੇ, ਉਹਨਾਂ ਦੀ ਇੱਕ ਚਾਹਤ ਹੁੰਦੀ ਹੈ, ਉਹਨਾਂ ਦੇ ਪੇਰੈਂਟਸ ਦੀ ਵੀ ਬੇਸਿਕਲੀ ਦਿਮਾਗ 'ਚ ਮਾਈਂਡ ਸੈੱਟ ਹੁੰਦਾ ਹੈ ਕਿ ਕੈਨੇਡਾ ਜਾਏਗਾ ਬੱਚਾ, ਸਕੋਲਰਸ਼ਿਪ ਕਿਤੇ ਨਾ ਕਿਤੇ ਉਹਨਾਂ ਦੀ ਚੁਆਇਸ ਹੁੰਦੀ ਹੈ ਕਿ ਅਗਰ ਸਕੋਲਰਸ਼ਿਪ ਕੈਨੇਡਾ ਦੇ ਵਿੱਚ ਜਾ ਕੇ ਮਿਲ ਜੇ ਤਾਂ ਕਿ ਉਹਨਾਂ ਬੱਚਾ ਜਿਹੜਾ ਜੇ ਆਪ ਆਪਣੀ ਫੀਸ ਉੱਥੇ ਜਿਹੜਾ ਜੇ ਵੇਅਰ ਕਰ ਸਕਦਾ ਹੈ ਔਰ ਫੈਮਿਲੀ ਦੇ ਉੱਪਰ ਬੋਝ ਨਹੀਂ ਪਏਗਾ। ਇੰਟੈਲੀਜੈਂਟ ਬੱਚੇ ਹੁੰਦੇ ਆ, ਬਹੁਤ ਸਾਰੇ ਬੱਚੇ ਹੁੰਦੇ ਜਿਹਨਾਂ ਨੂੰ ਮਿਲਦੀ ਹੈ। ਇਹਦੇ ਪਿੱਛੇ ਥੋੜਾ ਜਿਹਾ ਤੁਸੀਂ ਕਲੀਅਰ ਕਰੋ ਕਿ ਵਾਕਈ ਸਕੋਲਰਸ਼ਿਪ ਦੇ ਪਿੱਛੇ ਕੀ ਕਹਾਣੀ ਹੈ, ਸਕੋਲਰਸ਼ਿਪ ਮਿਲਦੀ ਹੈ ਬੱਚੇ ਨੂੰ ਕਿ ਨਹੀਂ ਮਿਲਦੀ, ਜਾਂ ਮਿਲਦੀ ਹੈ ਤਾਂ ਕਿਹੜੇ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਮਿਲਦੀ ਹੈ। ਰਿੱਕੀ ਜੀ, ਅਗਰ ਕੈਨੇਡਾ ਦੀ ਫੀਸ ਆਪਾਂ ਕੰਪੇਅਰ ਕਰੀਏ ਨਿਊਜ਼ੀਲੈਂਡ, ਆਸਟ੍ਰੇਲੀਆ, USA, UK ਕਿਸੇ ਵੀ ਕੰਟਰੀ ਨਾਲ ਕੰਪੇਅਰ ਕਰ ਲਈਏ ਤਾਂ ਕਾਫੀ ਘੱਟ ਹੈਗੀ ਹੈ। ਖਾਸ ਤੌਰ ਤੇ USA ਦੇ ਵਿੱਚ ਉਹਨਾਂ ਨੇ ਆਮ ਲਿਖਿਆ ਹੁੰਦਾ ਵੀ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ 2 ਸਾਲ ਦੀ ਫੀਸ 20 ਲੱਖ ਹੈਗੀ ਆ ਆਮ ਤੌਰ ਤੇ, ਕਈ ਕੁਝ ਥਾਂ ਤੇ 15 ਲੱਖ ਫੀਸ ਹੈਗੀ ਹੈ, ਸਕੋਲਰਸ਼ਿਪ ਨਹੀਂ ਵੈਸੇ ਹੀ 15 ਲੱਖ ਫੀਸ ਹੈਗੀ ਹੈ। ਸੋ USA ਨੇ ਕੀ ਕੀਤਾ ਹੈ ਕਿ 20 ਲੱਖ ਦੀ ਬਜਾਏ 35 ਲੱਖ ਲਿਖੇ ਹੁੰਦੇ ਨੇ, 35 ਲੱਖ ਫੀਸ ਹੈਗੀ ਹੈ, 10 ਲੱਖ ਰੁਪਏ ਦਾ ਸਕੋਲਰਸ਼ਿਪ ਤੇ ਦੈਟ ਮੀਨਸ 25 ਲੱਖ ਰੁਪਏ ਫੀਸ ਤੁਹਾਨੂੰ ਪਏਗੀ 10 ਲੱਖ ਸਕੋਲਰਸ਼ਿਪ ਕੱਟਣ ਤੋਂ ਬਾਅਦ, 35 ਦੇ ਬਜਾਏ 25 ਲੱਖ। ਲੇਕਿਨ ਉਹ ਦੇਖੋ ਤੁਸੀਂ 20 ਜਾਂ 15 ਲੱਖ ਤੋਂ ਹੁਣ ਵੀ ਬਹੁਤ ਜ਼ਿਆਦਾ ਹੈ, ਲੇਕਿਨ ਕੈਨੇਡਾ ਦੀ ਫੀਸ ਬੜੀ ਜੈਨੂਅਨ, ਰੀਜ਼ਨੇਬਲ ਐਜ਼ ਕੰਪੇਅਰ ਟੂ ਅਦਰ ਕੰਟਰੀਜ਼। ਔਰ ਜ਼ਿਆਦਾਤਰ ਕਾਲਜ ਯੂਨੀਵਰਸਿਟੀ ਸਕੋਲਰਸ਼ਿਪ ਨਹੀਂ ਦਿੰਦੇ। ਇੱਥੋਂ ਇੰਡੀਆ ਤੋਂ ਬੈਠ ਕੇ ਬੱਚੇ ਜਦੋਂ ਉੱਥੇ ਜਾ ਕੇ ਫਸਟ ਸਮੈਸਟਰ ਕਰਦੇ ਆ, ਸੈਕੰਡ ਸਮੈਸਟਰ ਕਰਦੇ ਆ, ਜਿੱਦਾਂ ਪੜ੍ਹਾਈ ਕਰਦੇ ਆ, ਅਗਰ ਟੌਪ ਦੇ ਵਿੱਚ ਹੋਣ ਤੇ ਸਕਾਲਰਸ਼ਿਪ ਦਿੰਦੇ ਨੇ, ਲੇਕਿਨ ਕਾਫੀ ਘੱਟ, $1000-2000। ਜਿਸ ਤਰ੍ਹਾਂ ਮੈਂ ਦੱਸਿਆ ਕਿ ਤਕਰੀਬਨ ਕੋਈ 20 ਲੱਖ 2 ਸਾਲ ਦੀ ਫੀਸ ਹੈਗੀ ਹੈ ਤੇ ਤਕਰੀਬਨ ਕੋਈ $32,000 ਦੇ ਕਰੀਬ ਜਿਹੜੀ ਹੈ, $16,000 ਪਰ ਈਅਰ, $32,000 2 ਸਾਲ ਦੀ, ਤੇ $1000-2000 $3000 ਅਗਰ ਮਿਲ ਵੀ ਜਾਏਗਾ ਫੀਸ ਜਿਹੜੀ ਸਕਾਲਰਸ਼ਿਪ 2-3 ਸਾਲਾਂ 'ਚ, ਕੋਈ ਜ਼ਿਆਦਾ ਮੈਟਰ ਨਹੀਂ ਕਰਦੀ, ਕੰਸੀਡਰ ਨਹੀਂ ਹੁੰਦਾ। ਲੇਕਿਨ ਅਗਰ ਕੋਈ ਅਫੋਰਡ ਨਹੀਂ ਕਰਦਾ ਤੇ ਸਾਡੇ ਆਫਿਸ 'ਚ ਦੱਸੋਗੇ ਤੇ ਡੈਫੀਨੇਟਲੀ, ਜਿਸ ਤਰ੍ਹਾਂ ਮੈਂ ਕੁਝ ਕਾਲਜਿਸ ਦੇ ਨਾਮ ਵੀ ਲਏ ਸੀਗੇ ਕਿ ਉਹਨਾਂ ਕਾਲਜਿਸ 'ਚ ਫੀਸ ਘੱਟ, ਆਪਾਂ ਉਹ ਇਹੋ ਜਿਹਾ ਕੋਈ ਕਾਲਜ ਕੋਰਸ ਚਲੀਏ। ਆਫ ਕੋਰਸ ਕੋਈ ਵੀ ਕੰਪਰੋਮਾਈਜ਼ ਅਸੀਂ ਬਿਲਕੁਲ ਨਹੀਂ ਕਰਦੇ। ਵਰਕ ਪਰਮਿਟ ਉੱਥੇ ਜ਼ਰੂਰ ਹੋਣਾ ਚਾਹੀਦਾ ਹੈਗਾ, ਚੰਗਾ ਕਾਲਜ ਹੋਣਾ ਚਾਹੀਦਾ ਹੈਗਾ, ਸਟੱਡੀ ਚੰਗੀ ਹੋਣੀ ਚਾਹੀਦੀ ਹੈ। ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਵਿਦਆਊਟ ਐਨੀ ਕੰਪਰੋਮਾਈਜ਼ ਅਸੀਂ ਘੱਟ ਫੀਸ ਵਾਲੇ ਕਰ ਸਕਦੇ ਹਾਂ, ਜਿੱਥੇ ਆਪਾਂ ਨੂੰ ਖਰਚਾ ਘੱਟ ਪਏ। ਲੇਕਿਨ ਉਸ ਦੇ ਇਲਾਵਾ ਇੱਕ ਚੀਜ਼ ਹੋਰ ਜਿਹੜੀ ਮੈਂ ਪਰਸਨਲੀ ਐਡਵਾਈਜ਼ ਕਰੂੰਗਾ ਕਿ ਉੱਥੇ ਜਾਣਾ ਚਾਹੀਦਾ ਜਿੱਥੇ PR ਸੌਖੀ ਹੋ ਜੇ, ਪੜ੍ਹਾਈ ਤੋਂ ਬਾਅਦ ਦਿੱਕਤ ਨਾ ਆਵੇ, PR ਸੌਖੀ ਹੋ ਜੇ, ਪਰੇਸ਼ਾਨੀ ਨਾ ਹੋਵੇ। ਦੂਜੀ ਗੱਲ, ਸਸਕੈਚੁਅਨ ਜਿੱਦਾਂ ਹੈਗਾ, ਸਸਕੈਚੁਅਨ ਪ੍ਰੋਵਿੰਸ ਦੇ ਵਿੱਚ ਖਾਸ ਤੌਰ ਤੇ 3 ਬੈਨੀਫਿਟਸ
ਕਿ ਨੰਬਰ 1 ਉੱਥੇ ਪੜ੍ਹੇ ਹੋਏ ਬੱਚਿਆਂ ਦੀ ਸਸਕੈਚੁਅਨ ਜਿਹੜੇ ਪੜ੍ਹਦੇ ਨੇ ਉਹਨਾਂ ਦੀ PR ਸੌਖੀ ਹੁੰਦੀ ਹੈ, ਸੀਟਾਂ ਰਿਜ਼ਰਵ ਹੁੰਦੀਆਂ। ਨੰਬਰ 2 ਡਿਊਰਿੰਗ ਸਟੱਡੀਜ਼ ਕੀਤਾ ਹੋਇਆ ਕੰਮ ਜਿਹੜਾ 20 ਆਵਰਸ ਪਰ ਵੀਕ ਜਿਹੜਾ ਅਲਾਉਡ ਹੁੰਦਾ ਹੈ, ਉਹ ਡਿਊਰਿੰਗ ਸਟੱਡੀਜ਼ ਪੜ੍ਹਾਈ ਦੇ ਦੌਰਾਨ ਵੀ ਕੀਤਾ ਹੋਇਆ ਜਿਹੜਾ PR ਦੇ ਵਿੱਚ ਐਕਸਪੀਰੀਅੰਸ ਦੇ ਵਿੱਚ ਕਾਊਂਟ ਹੁੰਦਾ ਹੈਗਾ। ਇਹ ਬਹੁਤ ਖਾਸ ਇੱਕ ਜਿਹੜੀ ਹੈਲਪ ਹੈਗੀ ਹੈ, ਕੇਅਰ ਹੈਗੀ ਹੈ ਸਸਕੈਚੁਅਨ ਵੱਲੋਂ। ਔਰ ਤੀਸਰਾ ਜਿਹੜਾ ਹੈਗਾ ਫੀਸ ਦਾ ਕੁਝ ਹਿੱਸਾ ਸਸਕੈਚੁਅਨ ਗੌਰਮੈਂਟ ਪੜ੍ਹਾਈ ਖਤਮ ਹੋਣ ਤੋਂ ਬਾਅਦ ਵਾਪਿਸ ਦਿੰਦੀ ਹੈ ਅੰਡਰ ਗ੍ਰੈਜੂਏਟ ਰਿਟੈਂਸ਼ਨ ਪ੍ਰੋਗਰਾਮ। ਅਗਰ ਇਹ ਦੇਖੋਗੇ ਤੁਸੀਂ ਉੱਥੇ ਇੰਟਰਨੈਟ ਤੇ ਦੇਖੋਗੇ ਗ੍ਰੈਜੂਏਟ ਰਿਟੈਂਸ਼ਨ ਪ੍ਰੋਗਰਾਮ ਸਸਕੈਚੁਅਨ, ਉਸ ਦੇ ਵਿੱਚ ਜੇ ਕਿਸੇ ਨੇ ਡਿਗਰੀ ਕੰਪਲੀਟ ਕਰਨ ਤੋਂ ਬਾਅਦ $15,000 ਕੈਨੇਡਾ ਜਿਹੜੀ ਸਸਕੈਚੁਅਨ ਗੌਰਮੈਂਟ ਬੱਚੇ ਨੂੰ ਵਾਪਸ ਦਿੰਦੀ ਹੈ। ਸੋ ਇਸੇ ਤਰੀਕੇ ਨਾਲ ਡਿਪਲੋਮਾ ਜਾਂ ਕੋਈ ਵੀ ਸਟੱਡੀ ਕੀਤੀ ਹੈ ਕੁਝ ਫੀਸ ਪੇਡ ਦਾ ਕੁਝ ਹਿੱਸਾ ਵਾਪਸ ਦਿੰਦੇ ਨੇ ਜੀ। ਸਰ ਤੁਸੀਂ ਹੁਣੇ ਗੱਲ ਕਰ ਰਹੇ ਸੀ ਕੰਪਰੋਮਾਈਜ਼ ਦੀ ਕਿ ਬੱਚੇ ਜਿਹੜੇ ਆ ਉਹ ਕਈ ਵਾਰੀ ਕੰਪਰੋਮਾਈਜ਼ ਕਰ ਜਾਂਦੇ ਆ ਜੇ ਪਰ ਜਿਹੜੀ ਕਾਲਜ ਯੂਨੀਵਰਸਿਟੀ ਨੂੰ ਲੈ ਕੇ। ਮੈਂ ਅਕਸਰ ਦੇਖਦਾ ਹੁੰਦਾ ਕਿ ਜਦੋਂ ਪੇਰੈਂਟਸ ਵੀ ਆਉਂਦੇ ਆ ਮਤਲਬ ਕਿਸੇ ਵੀ ਕੰਸਲਟੈਂਟ ਕੋਲ ਜਾਂ ਗੱਲਬਾਤ ਕਰਦੇ ਆ ਕਿ ਤਾਂ ਪੇਰੈਂਟਸ ਦੀ ਔਰ ਬੱਚੇ ਦੀ ਇੱਕ ਚੁਆਇਸ ਹੁੰਦੀ ਹੈ। ਉਹ ਕਹਿੰਦੇ ਜੀ ਅਸੀਂ ਫਲਾਣੀ ਸਿਟੀ ਦੇ ਵਿੱਚ ਜਾਣਾ, ਸਾਨੂੰ ਉੱਥੇ ਹੀ ਭੇਜੋ। ਲੇਕਿਨ ਕਈ ਵਾਰੀ ਕੰਸਲਟੈਂਟ ਮਜਬੂਰ ਹੋ ਜਾਂਦਾ, ਉਹ ਕਹਿੰਦਾ ਕਿ ਉੱਥੇ PR ਦੇ ਚਾਂਸਸ ਘੱਟ ਨੇ, ਉੱਥੇ ਕਾਲਜ ਦੀ ਫੀਸ ਜ਼ਿਆਦਾ ਹੈ ਜਾਂ ਫਿਰ ਤੁਹਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਆਫਟਰ ਸਟੱਡੀ। ਲੇਕਿਨ ਫਿਰ ਵੀ ਬੱਚਾ ਨਹੀਂ ਮੰਨਦਾ, ਬੱਚਾ ਕਹਿੰਦਾ ਕਿ ਨਹੀਂ ਅਸੀਂ ਤਾਂ ਜਾਣਾ ਹੀ ਉੱਥੇ ਹੈ ਜਿੱਥੇ ਕਿ ਸਾਡੀ ਚੁਆਇਸ ਹੈਗੀ ਹੈ। ਗਿਣੇ ਚੁਣੇ ਨਾਮ ਉਹਨਾਂ ਨੂੰ ਰੱਟੇ ਹੁੰਦੇ ਨੇ, ਸਾਡਾ ਉੱਥੇ ਰਿਸ਼ਤੇਦਾਰ ਰਹਿ ਰਿਹਾ ਜੀ, ਸਾਡਾ ਉੱਥੇ ਭੂਆ ਦਾ ਮੁੰਡਾ ਰਹਿੰਦਾ, ਸਾਡੀ ਫੈਮਿਲੀ ਮੈਂਬਰ ਉੱਥੇ ਹੈਗਾ ਆਲਰੇਡੀ, ਬੱਚੇ ਦੀ ਕੇਅਰ ਹੋ ਜਾਏਗੀ, ਉੱਥੇ ਹੀ ਭੇਜੋ। ਲੇਕਿਨ ਅਗਰ ਮੈਂ ਇੱਕ ਤੁਹਾਡੀ ਰਾਏ ਲੈਣਾ ਚਾਹਾਂ, ਅਗਰ ਤੁਹਾਡੀ ਸਲਾਹ ਲੈਣਾ ਚਾਹਾਂ ਤਾਂ ਬੱਚੇ ਨੂੰ ਤੁਸੀਂ ਕੀ ਗਾਈਡ ਕਰੋਗੇ ਕਿੱਥੇ ਜਾਣਾ ਚਾਹੀਦਾ ਕੈਨੇਡਾ ਦੇ ਵਿੱਚ, ਅਗਰ ਉੱਥੇ ਜਿੱਥੇ ਕਿ ਉਹਦੀ ਜਾ ਕੇ PR ਵੀ ਈਜ਼ੀ ਹੋ ਜਾਏ, ਕਿਹੜੀ ਪ੍ਰੋਵਿੰਸ ਦੇ ਵਿੱਚ ਜਾਏ ਬੱਚਾ? ਜਿੱਥੇ ਮਰਜ਼ੀ ਚਲੇ ਜਾਏ, ਸਾਰੇ ਕੈਨੇਡਾ ਦੇ ਵਿੱਚ ਨਾ ਸਿਫਾਰਿਸ਼ ਚੱਲਣੀ ਨਾ ਪੈਸਾ ਚੱਲਣਾ, ਔਰ ਬਹੁਤ ਹੀ ਕ੍ਰਾਈਮ ਰੇਟ ਬਹੁਤ ਲੋ, ਔਰ ਸੇਫਟੀ ਔਰ ਪੁਲਿਸ ਨੇ ਜਾਂ ਰੂਲਸ ਰੈਗੂਲੇਸ਼ਨ ਨਾਲ ਸੇਫਟੀ ਨਾਲ ਚੱਲਣਾ ਹੈਗਾ। ਬੱਚੇ ਸੇਫਟੀ ਨੇ, ਰਾਤ ਨੂੰ ਸ਼ਿਫਟਾਂ ਚੱਲਦੀਆਂ ਨੇ, ਬਹੁਤ ਸਾਰੇ ਲੋਕ ਰਾਤ ਨੂੰ ਆਉਂਦੇ ਜਾਂਦੇ ਹੈਗੇ ਆ ਔਰ ਬੱਚੇ ਬਿਲਕੁਲ ਸੇਫ ਹੁੰਦੇ ਨੇ, ਕੋਈ ਚਿੰਤਾ ਦੀ ਜ਼ਰੂਰਤ ਨਹੀਂ ਹੈਗੀ। ਔਰ ਦੂਸਰੀ ਗੱਲ ਇਹ ਕਿ ਦੇਖਣ ਵਾਲੀ ਇਹ ਗੱਲ ਇਹ ਜ਼ਰੂਰ ਸਾਡਾ ਜਿਸ ਤਰ੍ਹਾਂ 20 ਸਾਲ ਦੇ ਕਰੀਬ ਦਾ ਅੰਦਾਜ਼ਨ ਹੋ ਗਿਆ ਮੇਰਾ ਇਸ ਫੀਲਡ ਦੇ ਵਿੱਚ ਤਜਰਬਾ, ਤੇ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖ ਕੇ ਸਟੂਡੈਂਟਸ ਪੇਰੈਂਟਸ ਦਾ ਖਿਆਲ ਆਪਸਦਾਰੀ ਵਿੱਚ ਰੱਖ ਕੇ ਉਹਨਾਂ ਨੂੰ ਸਲਾਹ ਦੇਈਦੀ ਹੈ। ਇਹ ਤਾਂ ਡੈਫੀਨੇਟਲੀ ਉਹਨਾਂ ਨੇ ਹੀ ਸੋਚਣਾ ਹੈ ਕਿ ਕਿੱਥੇ ਜਾਣਾ ਹੈਗਾ, ਅਸੀਂ ਉਸ ਦੇ ਮੁਤਾਬਕ ਉੱਥੇ ਹੀ ਐਡਵਾਈਜ਼ ਕਰਨਾ ਹੈਗਾ। ਲੇਕਿਨ ਖਾਲਸ ਚੀਜ਼ ਦਾ ਮਤਲਬ ਜੈਨੂਅਨ ਜਗ੍ਹਾ ਜਿਹੜੇ ਉਹ ਕਾਲਜਿਸ ਜਿੱਥੇ ਵਰਕ ਪਰਮਿਟ ਮਿਲਣਾ ਹੈਗਾ, ਕੋਈ ਰਿਸਕ ਨਹੀਂ ਹੈਗਾ, ਕੋਈ ਦਿੱਕਤ ਨਹੀਂ ਹੈਗੀ, ਅਸੀਂ ਉਹ ਐਡਵਾਈਜ਼ ਕਰਾਂਗੇ। ਲੇਕਿਨ ਡੈਫੀਨੇਟਲੀ ਜਿਹੜੇ ਬੈਨੀਫਿਟ ਨੇ ਕਿ ਕਿੱਥੇ ਕਿੱਥੇ ਜਿਹੜੀ ਹੈ ਫੀਸ ਘੱਟ ਹੈ ਔਰ ਕਿੱਥੇ ਕਿੱਥੇ PR ਜਿਹੜੀ ਹੈ ਸੌਖੀ ਹੁੰਦੀ ਹੈ। ਜਿਸ ਤਰ੍ਹਾਂ ਮੈਂ ਹੁਣੇ ਦੱਸਿਆ ਸਸਕੈਚੁਅਨ ਦੇ ਵਿੱਚ ਪੜ੍ਹ ਕੇ ਸੌਖੀ ਹੈਗੀ ਹੈ, ਇਸੇ ਤਰੀਕੇ ਨਾਲ ਜਿਹੜੀਆਂ 4 ਸਟੇਟਸ ਹੈਗੀਆਂ ਨੇ, ਜਿਹੜੀ ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਪ੍ਰਿੰਸ ਐਡਵਰਡ ਆਈਲੈਂਡ ਔਰ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ, ਇਹ ਜਿਹੜੀ 4 ਸਟੇਟਸ ਹੈਗੀਆਂ ਨੇ, ਇਹਨਾਂ ਦੇ ਵਿੱਚ ਐਟਲਾਂਟਿਕ ਪ੍ਰੋਵਿੰਸਿਸ ਜਿਹੜੀਆਂ ਨੇ ਇੱਥੇ ਪੜ੍ਹ ਕੇ ਕਾਫੀ ਸੌਖੀ ਹੁੰਦੀ ਹੈ PR। ਔਰ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਪ੍ਰੋਵਿੰਸਿਸ ਦੀ ਪ੍ਰੋਗਰਾਮ ਜਾਂਦੇ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, PNPs ਕਹਿੰਦੇ ਆ, ਜਿਹੜੀ ਅਲੱਗ-ਅਲੱਗ PNPs ਦੇ ਅੰਡਰ ਅਲੱਗ-ਅਲੱਗ ਸਟੇਟਸ ਜਿਹੜੀਆਂ ਨੇ, ਅਲੱਗ-ਅਲੱਗ ਪ੍ਰੋਵਿੰਸਿਸ ਆਪਣੇ ਆਪਣੇ ਰੂਲਸ ਅਲੱਗ-ਅਲੱਗ ਟਾਈਮ ਤੇ ਚੇਂਜ ਕਰਦੀਆਂ ਹੋਏ ਕਰਦਿਆਂ ਨੇ ਵੀ ਸਾਡੇ ਕੋਲ ਇੱਥੇ ਆ ਕੇ ਬੱਚੇ ਪੜ੍ਹਨਗੇ। ਅਲਬਰਟਾ ਦੇ ਵਿੱਚ ਵੀ ਕਈ ਤਰ੍ਹਾਂ ਨਾਲ ਸੌਖੀ ਹੈਗੀ ਹੈ। ਸੋ ਇਹ ਜਿਹੜਾ ਇਸ ਤਰੀਕੇ ਨਾਲ ਅਸੀਂ ਬੈਨੀਫਿਟ ਦੇਵਾਂਗੇ, PR ਈਜ਼ੀ ਕਰਾਂਗੇ। ਸੋ ਉਸ ਚੀਜ਼ ਦਾ ਬੈਨੀਫਿਟ ਲੈਣਾ ਜ਼ਰੂਰ ਚਾਹੀਦਾ ਹੈਗਾ, ਜਿੱਥੇ ਵੀ ਫਾਇਦਾ ਹੁੰਦਾ ਉੱਥੇ ਸਾਡੇ ਨਾਲ ਗੱਲਬਾਤ ਕਰਕੇ ਬੈਨੀਫਿਟ ਲੈਣਾ ਚਾਹੀਦਾ ਜੀ। ਬਿਲਕੁਲ ਸਰ, ਦੇਖੋ ਸਮਾਂ ਜਿਹੜਾ ਹੁੰਦਾ ਹੈ ਬਹੁਤ ਘੱਟ ਹੁੰਦਾ, ਬਹੁਤ ਘੱਟ ਨਹੀਂ ਕਿਉਂਕਿ ਗੱਲਾਂ ਬੜੀਆਂ ਹੁੰਦੀਆਂ ਨੇ, ਆਪਾਂ ਜਿਹੜੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੁੰਦੀ ਹੈ ਉਹ ਬੱਚਿਆਂ ਦੇ ਨਾਲ ਹਰ ਤਰੀਕੇ ਦੀ ਪ੍ਰੋਫਾਈਲ ਦੇ ਰਿਲੇਟਡ ਹੋਵੇ, ਚਾਹੇ ਪ੍ਰੋਵਿੰਸ ਨੂੰ ਰਿਲੇਟਡ ਹੋਵੇ, ਕੋਰਸ ਦੇ ਰਿਲੇਟਡ, ਕਾਲਜ ਦੇ ਰਿਲੇਟਡ, ਕਿਸੇ ਵੀ ਅਗਰ ਆਪਾਂ ਗੱਲ ਕਰਾਂਗੇ ਤਾਂ ਬੱਚੇ ਨੂੰ ਹਰ ਚੀਜ਼ ਜਿਹੜੀ ਹੈ ਕੋਸ਼ਿਸ਼ ਕਰੀਦੀ ਹੈ ਇਸ ਮੰਚ ਦੇ ਰਾਹੀਂ ਪ੍ਰੋਵਾਈਡ ਕੀਤੀ ਜਾਵੇ। ਬਹੁਤ ਸਾਰੇ ਬੱਚੇ ਪੁੱਛਦੇ ਨੇ ਔਰ ਬਹੁਤ ਸਾਰੇ ਐਸੇ ਲੋਕ ਹੀ ਹੈ ਜਿਹਨਾਂ ਦਾ ਕੁਐਸਚਨ ਹੁੰਦਾ ਹੈ ਕਿ ਵਾਈ ਕੈਨੇਡਾ। ਮੇਰਾ ਵੀ ਕੁਐਸਚਨ ਹੈ ਕਿ ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕੈਨੇਡਾ ਹੀ ਕਿਉਂ, ਬੱਚਾ ਕੈਨੇਡਾ ਹੀ ਕਿਉਂ ਜਾਵੇ? ਹੋਰ ਵੀ ਬਹੁਤ ਸਾਰੀ ਕੰਟਰੀਜ਼ ਨੇ, USA ਹੈ, ਨਿਊਜ਼ੀਲੈਂਡ, ਆਸਟ੍ਰੇਲੀਆ ਹੈ, ਇੱਦਾਂ ਤਾਂ ਹੈ ਨਹੀਂ ਕਿ ਕੈਨੇਡਾ ਦੇ ਵਿੱਚ ਹੀ ਸਵਰਗ ਹੈਗਾ, ਬਾਕੀ ਜਗ੍ਹਾ ਨਹੀਂ ਹੈ। ਲੇਕਿਨ ਫਿਰ ਵੀ ਵਾਈ ਕੈਨੇਡਾ ਚੁਆਇਸ ਜਿਹੜੀ ਅੱਜ ਵੀ ਸਟੂਡੈਂਟ ਦੀ ਕੈਨੇਡਾ ਹੀ ਕਿਉਂ ਹੈ? ਬਿਲਕੁਲ ਦੇਖੋ ਰਿੱਕੀ ਜੀ, ਇੱਕ ਤਾਂ ਇੱਕ ਕੁਐਸਚਨ ਹੈਗਾ, ਬਹੁਤ ਸਾਰੇ ਇੱਥੇ ਆਲਰੇਡੀ ਐਸਟੈਬਲਿਸ਼ਡ ਗਵਰਨਮੈਂਟ ਜੋਬ, ਬੜੇ ਪੈਸਾ ਬਿਜ਼ਨਸ ਬੜਾ ਅੱਛਾ ਐਸਟੈਬਲਿਸ਼ਡ, ਉਹ ਵੀ ਇਹੋ ਜਿਹਾ ਕੁਐਸਚਨ ਪੁੱਛਦੇ ਨੇ ਵੀ ਬਾਹਰ ਜਾਣਾ ਚਾਹੀਦਾ ਕਿ ਨਹੀਂ, ਔਰ ਬਾਹਰ ਜਾਣ ਦੇ ਵਿੱਚ ਵੀ ਕਿਹੜੇ ਕੰਟਰੀਜ਼ ਦੇ ਵਿੱਚ। ਉਸ ਦੇ ਵਿੱਚ ਕੈਨੇਡਾ ਜਿਹੜਾ ਨੰਬਰ 1 ਚੁਆਇਸ ਹੈਗੀ ਹੈ, ਡੈਸਟੀਨੇਸ਼ਨ ਜਿਹੜੀ ਹੈਗੀ ਹੈ ਸਾਰੇ ਇੰਡੀਆ ਦੀ, ਖਾਸ ਤੌਰ 'ਤੇ ਪੰਜਾਬ ਦੀ ਹੈਗੀ ਹੈ, ਕਿਉਂਕਿ ਉੱਥੇ ਇੱਕ ਤਾਂ ਲੋਡ ਕੰਟਰੀ ਦਾ ਸਾਈਜ਼ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਬਹੁਤ ਜ਼ਿਆਦਾ ਹੈਗਾ।
ਆਸਟ੍ਰੇਲੀਆ ਦਾ, ਨਿਊਜ਼ੀਲੈਂਡ ਦਾ, ਹੋਰ ਯੂਕੇ ਦਾ, ਇਹਨਾਂ ਦੇ ਬਜਾਏ ਕੈਨੇਡਾ ਦਾ ਸਾਈਜ਼ ਬਹੁਤ ਵੱਡਾ ਹੈਗਾ। ਦੂਸਰੀ ਗੱਲ, ਉਹਨਾਂ ਨੂੰ ਲੋਡ ਬਹੁਤ ਜ਼ਿਆਦਾ ਹੈਗਾ, ਏਰੀਆ ਇੰਡੀਆ ਤੋਂ 3.5 ਗੁਣਾ ਜ਼ਿਆਦਾ ਹੈਗਾ। ਪੋਪੂਲੇਸ਼ਨ ਇੰਡੀਆ ਦੀ 130 ਕਰੋੜ ਦੇ ਕਰੀਬ ਔਰ ਕੈਨੇਡਾ ਦੀ 3.25 ਕਰੋੜ ਦੇ ਕਰੀਬ। ਸੋ ਇਹ ਜਿਹੜਾ ਹੈਗਾ, ਬਾਕੀ ਉੱਥੇ ਜਿਸ ਤਰ੍ਹਾਂ ਮਿਲਾਵਟ ਨਹੀਂ, ਅਡਲਟ੍ਰੇਸ਼ਨ ਨਹੀਂ ਹੈਗੀ, ਔਰ ਪੋਪੂਲੇਸ਼ਨ ਜਿਹੜੀ ਹੈ ਬਹੁਤ ਘੱਟ ਹੈਗੀ ਹੈ, ਪੋਲਿਊਸ਼ਨ ਨਹੀਂ ਹੈਗੀ, ਔਰ ਕਰਪਸ਼ਨ ਜਿਹੜੀ ਹੈ ਬਿਲਕੁਲ ਸੇਫ, ਜਿਸ ਤਰ੍ਹਾਂ ਆਪਣੀ ਗੱਲ ਕੀਤੀ ਕਿ ਸੇਫ ਕੰਟਰੀ ਹੈਗਾ, ਕਰਪਸ਼ਨ ਬਿਲਕੁਲ ਨਹੀਂ ਹੈਗੀ, ਔਰ ਪਾਣੀ 24 ਘੰਟੇ ਆਣਾ ਹੈਗਾ, ਬਿਜਲੀ 24 ਘੰਟੇ। ਮੈਂ 2006 ਤੋਂ ਕੈਨੇਡਾ ਦੇ ਵਿੱਚ ਸੈਟਲਡ ਹੈਗਾ ਔਰ ਆਉਂਦੇ ਜਾਂਦੇ ਰਹਿੰਦੇ ਹੈਗੇ, ਇੱਥੇ ਵੀ ਹੈਗਾ ਘਰ, ਉੱਥੇ ਵੀ ਹੈਗਾ, ਔਰ ਬੜੀ ਦੁਨੀਆਦਾਰੀ, ਬੜੀ ਕੈਨੇਡਾ ਦਾ ਵੀ ਦੇਖਿਆ, ਇੰਡੀਆ ਦਾ ਵੀ ਦੇਖਿਆ। ਔਰ ਜਿਹੜਾ ਹੈ 에ਅਰ ਕੁਆਲਿਟੀ ਇੰਡੈਕਸ, ਇੱਕ ਛੋਟੀ ਜਿਹੀ ਗੱਲ ਦੱਸਾਂ ਕਿ ਤੁਸੀਂ ਇੱਕ ਐਪ ਆਉਂਦੀ ਹੈਗੀ ਹੈ 에ਅਰ ਕੁਆਲਿਟੀ ਇੰਡੈਕਸ ਦੀ, ਉਹਦੇ ਵਿੱਚ ਤੁਸੀਂ ਕੰਪੇਅਰ ਕਰੋ ਤੇ ਕੈਨੇਡਾ ਦੇ ਜ਼ਿਆਦਾਤਰ ਸ਼ਹਿਰਾਂ ਦੀ, ਬਰੈਂਪਟਨ ਦੀ, ਸੈਸਕਾਟੂਨ, ਸਸਕੈਚੁਆਨ, ਇਹ ਸਾਰੇ ਸਿਟੀਜ਼ ਦੀ 1 2 3 4 에ਅਰ ਕੁਆਲਿਟੀ ਇੰਡੈਕਸ ਹੁੰਦਾ ਹੈ, ਜਿਹੜਾ ਕਿ ਪੋਲਿਊਸ਼ਨ ਜਿਹੜਾ ਰੇਟ ਹੈਗਾ ਉਹ ਇੰਡੀਆ ਦਾ, ਜਿਹੜਾ ਦਿੱਲੀ ਦਾ ਦੇਖ ਲਈਏ 400 500 ਹੈਗਾ, ਹੋਰ ਵੀ ਸਿਟੀਜ਼ ਦਾ 200 300 400, ਬਹੁਤ ਬੁਰਾ ਹਾਲ ਲਿਮਿਟ ਹੀ ਕ੍ਰੋਸ ਕੀਤੀ ਹੋਈ ਹੈ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਕੇ ਜਿਹੜਾ ਇਹ ਪ੍ਰੈਫਰਡ ਡੈਸਟੀਨੇਸ਼ਨ ਹੈਗੀ ਆ, ਔਰ ਉੱਥੇ ਸਿਫਾਰਿਸ਼ ਨਹੀਂ ਚੱਲਣੀ, ਪੈਸਾ ਨਹੀਂ ਚੱਲਣਾ। ਜਿਹੜੇ ਬੱਚੇ ਪੜ੍ਹਾਈ ਕਰਨ ਵਾਲੇ ਨੇ, ਇੰਟੈਲੀਜੈਂਟ ਨੇ, ਉਹਨਾਂ ਨੇ ਆਪਣਾ ਰਸਤਾ ਚੁਣ ਕੇ ਔਰ ਬੜੇ ਅੱਛੇ ਮੈਂ ਬਹੁਤ ਜ਼ਿਆਦਾ, ਕਈ ਲੋਕਾਂ ਨੂੰ ਇਹ ਭਰਮ ਕੇ ਉੱਥੇ ਜਾ ਕੇ ਕੋਈ ਲੋਅਰ ਲੈਵਲ ਦੀ ਜੌਬਸ ਤਾਂ ਨਹੀਂ ਕਰਨੀਆਂ ਪੈਣਗੀਆਂ। ਮੇਰੇ 2 ਬੱਚੇ ਉੱਥੇ ਡਾਕਟਰੀ 'ਚ ਸਿਲੈਕਟ ਹੋਏ, ਡਾਕਟਰੀ ਕਰਦੇ ਪਏ ਨੇ, ਯੂਨੀਵਰਸਿਟੀ ਆਫ ਸਸਕੈਚੁਆਨ, ਬਹੁਤ ਹਾਈ ਲੈਵਲ ਰੱਬ ਦੀ ਕਿਰਪਾ ਹੈਗੀ ਹੈ। ਔਰ ਬਾਕੀ ਵੀ ਮੈਂ ਦੇਖਿਆ ਬਹੁਤ ਸਾਰੀਆਂ ਸਕਸੈਸ ਸਟੋਰੀਜ਼ ਮੈਂ ਸ਼ੇਅਰ ਮੇਰੇ ਮਨ 'ਚ ਹੈਗੀਆਂ ਨੇ, ਕਰਨਾ ਚਾਹੁੰਦਾ ਹੈਗਾ। ਬਹੁਤ ਹਾਈ ਲੈਵਲ ਦੇ ਮੈਨੇਜਰ ਜਾਂ ਹੋਰ ਬੜੀ ਅੱਛੀ ਪੋਜੀਸ਼ਨਾਂ ਤੇ ਲੋਕ, ਬੜੇ ਬੱਚੇ ਇਹੋ ਜਿਹੇ ਜਿਹੜੇ ਕਿ ਲੋਅਰ ਲੈਵਲ ਤੋਂ ਚੱਲ ਕੇ ਬਹੁਤ ਉੱਚੀਆਂ ਪੋਜੀਸ਼ਨਾਂ ਲਈਆਂ, ਮੈਂ ਸ਼ੇਅਰ ਕਰਨਾ ਚਾਹੁੰਦਾ, ਲੇਕਿਨ ਟਾਈਮ ਦੀ ਘਾਟ ਹੋ ਜਾਂਦੀ ਹੈ। ਲੇਕਿਨ ਡੈਫੀਨੇਟਲੀ ਜਿਹੜਾ ਹੈ ਉੱਥੇ ਜਿਹੜੇ ਤੁਹਾਡੇ ਬੱਚਿਆਂ ਦੇ ਸੁਪਨੇ ਹੁੰਦੇ ਨੇ, ਉਡਾਨ ਹੁੰਦੀ ਹੈ, ਉਹ ਪੂਰੀਆਂ ਹੁੰਦੀਆਂ ਨੇ ਜੀ। ਬਿਲਕੁਲ ਜੀ, ਕਿਉਂਕਿ ਦੇਖੋ ਸਾਰੀ ਇਨਫੋਰਮੇਸ਼ਨ ਆਪਾਂ ਇੱਥੇ ਸ਼ੇਅਰ ਨਹੀਂ ਕਰ ਸਕਦੇ, ਇਸੇ ਕਰਕੇ ਪਾਇਨੀਅਰ ਇਮੀਗ੍ਰੇਸ਼ਨ ਦਾ YouTube, Facebook, Insta ਇੱਕ ਚੈਨਲ ਹੈਗਾ, ਉੱਥੇ ਤੁਸੀਂ ਜਾ ਕੇ ਜਿਹੜਾ ਜੀ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਰ ਵੀ ਸੁਣ ਸਕਦੇ ਹੋ, ਦੇਖ ਸਕਦੇ ਹੋ। ਅੱਜ ਦੇ ਸ਼ੋਅ ਵਿੱਚ ਇੰਨਾ ਹੀ, ਸਾਨੂੰ ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਮੇਰੇ ਨਾਲ ਖੜੇ ਨੇ ਇਸ ਟਾਈਮ ਆਯੂਸ਼, ਇਹਨਾਂ ਦਾ ਕੈਨੇਡਾ ਦਾ ਵੀਜ਼ਾ ਜਿਹੜਾ ਉਹ ਸਟੈਂਪ ਹੋ ਕੇ ਆ ਚੁੱਕਿਆ ਹੈ। ਬੇਸਿਕ ਕੁਰੂਕਸ਼ੇਤਰ ਤੋਂ ਰਹਿਣ ਵਾਲੇ ਨੇ। ਆਪਾਂ ਇਹਨਾਂ ਨਾਲ ਪੁੱਛਾਂਗੇ ਕਿ ਪਾਇਨੀਅਰ ਦੇ ਬਾਰੇ ਕਿੱਦਾਂ ਪਤਾ ਲੱਗਿਆ ਸੀਗਾ, ਐਕਸਪੀਰੀਅੰਸ ਕਿੱਦਾਂ ਦੇ ਨੇ, ਔਰ ਕਦੋਂ ਅਪਲਾਈ ਕੀਤਾ ਸੀਗਾ, ਕੈਨੇਡਾ ਦੇ ਵਿੱਚ ਕਿਹੜਾ ਇਨਟੇਕ ਹੈ, ਕੋਰਸ ਕਿਹੜਾ ਹੈ, ਕਾਲਜ ਕਿਹੜਾ ਹੈ। ਆਯੂਸ਼ ਕੀ कहना चाहोगे पहले तो, अगर पाइनियर के बारे में पूछा था? पाइनियर इमिग्रेशन एक बहुत अच्छी इमिग्रेशन, अगर किसी को मान लें अपना स्टडी अब्रॉड के लिए अपनी ड्रीम्स जो है कवर करनी है तो पाइनियर इमिग्रेशन आए। हाँ जी बिल्कुल पाइनियर इमिग्रेशन। की बात करूँ तो कितना आइलेट्स स्कोर है? मेरा सर 6.5 था। वैसे एक बार मेरे एक मॉड्यूल में 5.5 रह गया था, तो सर ने दोबारा सजेस्ट किया था कि एक, हाँ जी, तो मेरा उसमें कवर हो गया था। फिर उसके बाद मैंने अप्लाई किया था। बात करूँ प्लस 2 की, तो आप यहाँ पे स्ट्रीम क्या था? और मेरा सर स्ट्रीम नॉन मेडिकल था और उसमें मेरे 78% थे और लास्ट ईयर ही मैं पास आउट हूँ। हाँ जी। कनाडा इनटेक केड़ा है? इनटेक सर अभी बस सितंबर। हाँ जी। तो मैं बात करूँ कोर्स की और कॉलेज की, तो कौन सा कॉलेज है? कोर्स सर मेरा कंप्यूटर प्रोग्रामिंग, क्योंकि मैं कंप्यूटर अच्छी तरह से, मतलब मेरा इंटरेस्ट है उसमें। और सर कॉलेज है मेरा सोल्ट कॉलेज टोरंटो कैंपस। हाँ जी। तो मुबारकें जी आपको, आपका जो वीज़ा है वो स्टैंप हो के आ चुका है, पासपोर्ट मेरे पास है, आपके साथ ही आप इनकी मम्मा है। आप की कहना चाहोगे अगर आप पूछा कि पायनियर इमिग्रेशन बारे? बहुत अच्छा है, मतलब बहुत ईमानदारी से काम होता है, बिल्कुल साफ सुथरा काम, कोई रुकावट नहीं आती काम में। बेटा जो है वो कनाडा जा रहा है, और जो माँ बाप हैं जो ये शो देख रहे होंगे या वीडियो देख रहे होंगे, उनके लिए क्या कहना चाहते हैं? कि हम कहेंगे अगर बाहर भेजना चाहते हैं तो यहीं से भेज लगाए, क्योंकि बहुत अच्छा काम होता है, कोई किसी के साथ कोई वो नहीं किया जाता। आप इनके दादाजी हैं? दादाजी हाँ। आप क्या कहना चाहेंगे? आपका पोता जो है वो कनाडा जा रहा है। मैं तो बहुत ही खुश हूँ आज कि मेरे पोते अभी ने ऑस्ट्रेलिया का जो है ना वीज़ा लग गया है, और जो ये अपने पायनियर इमिग्रेशन जो है ना, ये बहुत ही अच्छा काम करता है, ईमानदारी से, बहुत ईमानदारी से, और बहुत अच्छा काम करता है। हमने हमारे से कोई फीस नहीं ली उन्होंने, और देखो वीज़ा लगवा दिया। और अब आपका पोता जो है वो कनाडा जा रहा है। हाँ, मेरा पोता कनाडा जा रहा है, इसके लिए हमें पूरे परिवार में बड़ी खुशी है। और सबसे पहले कनाडा जाके पोता दादा को भी बुलाएगा। हाँ, दादा को ही बुलाएगा। और ये हमने जो वीज़ा लगवाया है, ये पढ़ाई के लिए लगवाया है, ना कि कमाई के लिए। ये हमारा फर्स्ट उद्देश्य ये है कि मेरा पोता जो है ना वो जाके पढ़े और अच्छी वहीं पर अच्छा रोजगार मिले इसको। दादा का आशीर्वाद बहुत 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 आशीर्वाद है। अगर पायनियर के लिए तो बहुत ही बहुत धन्यवाद है इनका। तो बहुत बहुत मुबारकें सारे परिवार को। ये पासपोर्ट आप रिसीव करो जी।
ਇੱਕ ਹੋਰ ਸਕਸੈਸ ਸਟੋਰੀ ਦੇ ਨਾਲ ਮੈਂ ਫਿਰ ਇੱਕ ਵਾਰ ਹਾਜ਼ਰ ਹਾਂ ਜੀ। ਮੇਰੇ ਨਾਲ ਖੜੀ ਹੈ ਭਾਵਨਾ, ਇੱਕ ਕੁੜੀ, ਇਹਦਾ ਵੀਜ਼ਾ ਆਇਆ ਜੀ। ਇਹਨੂੰ ਪੁੱਛਾਂਗੇ ਆਪਾਂ ਪਾਇਨੀਅਰ ਦੇ ਬਾਰੇ ਕਿੱਦਾਂ ਪਤਾ ਲੱਗਿਆ ਸੀ, ਕਿੱਦਾਂ ਦੇ ਐਕਸਪੀਰੀਅੰਸ ਨੇ। ਭਾਵਨਾ, ਕੀ ਕਹਿਣਾ ਚਾਹੋਗੇ ਪਾਇਨੀਅਰ ਬਾਰੇ? I was very satisfied with the Pioneer Immigration and its working. The main thing that I found is the transparency in the organization. And I came to know about Pioneer Immigration through the YouTube videos and another thing is the television, where they advertise a lot on the television through the interviews. अगर मैं आपसे पूछना चाहूँ बेसिकली कि आप यहाँ पे आपकी एजुकेशन क्वालिफिकेशन क्या है? मेरी एजुकेशन क्वालिफिकेशन यहाँ पे +2 पास आउट है, 2021 ईयर्स फ्रॉम कॉमर्स स्ट्रीम एंड आई गॉट 90.8% एंड आफ्टर दैट आई वेंट फॉर IELTS एंड गॉट 7 बैंड्स ओवरऑल इन IELTS ऑल्सो। अगर आपने किसी को गाइड करना हो, किसी को आपके फ्रेंड सर्कल में किसी को बताना हो पायनियर की इमिग्रेशन के बारे में, तो कैसे बताएंगे? मैं बताऊंगी कि इनकी ऑर्गेनाइजेशन में ट्रांसपेरेंसी बहुत है, वर्किंग बहुत अच्छी है और इनकी फ़ीस कौन सी है, बहुत लीनियंट है और स्टाफ बहुत अच्छा है। रवि सर खुद पर्सनल मीट आउट भी करते हैं। आप नंबर्स की बात करूं मैं तो 100 में से कितने नंबर देना चाहेंगे पायनियर को? आई वुड लाइक टू गिव 100 आउट ऑफ 100।